ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਜਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ, ਤਬ ਹੀ ਪਾਵੈ ਮੁਕਤ ਆਨੰਦਾ। ਬੰਧਨ ਡਾਰ ਮਿਟੇ ਜਮ ਫੰਦਾ, ਜੈਸੇ ਸਾਂਪ ਕੁੰਚ ਕੀ ਡਾਰੇ। ਤਿਉ ਹਟ ਕੇ ਨਹਿ ਬਹੁਰ ਸੰਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸ਼ਬਰ ਛਤਰ ਤਖਤ ਦੇ ਮਾਲਕ, ਜਾਗਤ ਜੋਤ ਅਖੰਡ ਜੋਤੀ ਸਰੂਪ, ਗੁਰਤਾ ਗੱਦੀ ਤੇ ਵਿਰਾਜਮਾਨ, ਜੁਗੋ ਜੁਗ ਅਟਲ, ਭਗਤ ਵਸ਼ਲ ਪਤਿਤ ਉਦਾਹਰਣ ਗਰੀਬ ਨਿਵਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਬਾਲਾ ਪ੍ਰੀਤਮ ਗਰੀਬ ਨਿਵਾਜ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ। ਜਿਸ ਡਿਠੇ ਸਭ ਦੁੱਖ ਜਾਏ, ਐਸੇ ਦੀਨ ਦਿਆਲ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਇਤਿਹਾਸਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਆਪਣਾ ਮਨੁੱਖ ਜਨਮ ਸਫਲ ਕਰਦਾ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਤਾ ਦੇ ਯੋਗ ਵਡਭਾਗੇ ਹੋ ਜੋ ਸੰਧਿਆ ਸਮੇਂ ਦੇ ਸਜੇ ਹੋਏ ਇਨ੍ਹਾਂ ਪਾਵਨ ਦੀਵਾਨਾਂ ਅੰਦਰ, ਗੁਰੂ ਚਰਨਾਂ ਅੰਦਰ ਪ੍ਰੇਮ ਭਾਵਨਾ ਸਤਿਕਾਰ ਬਾ ਅਦਬ ਸਤਿਕਾਰ ਸਹਿਤ ਹਾਜ਼ਰੀਆਂ ਭਰਦਿਆਂ, ਜਿੱਥੇ ਆਪ ਜੀ ਨੇ ਬੜੇ ਹੀ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਦੇ ਸੁਖਮਈ ਆਨੰਦਮਈ ਪਾਵਨ ਦਰਸ਼ਨ ਦੀਦਾਰ ਕਰਨਾ ਕੀਤੇ ਹਨ, ਉੱਥੇ ਰੱਬੀ ਬਾਣੀ, ਇਲਾਹੀ ਬਾਣੀ, ਸੁੱਧ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ, ਸ਼ਬਦ ਕੀਰਤਨ ਅਤੇ ਸਤਿਗੁਰਾਂ ਦੀ ਹਜ਼ੂਰੀ ਦਾ ਆਨੰਦ ਮਾਣਨਾ ਕੀਤਾ ਹੈ। ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਹੁਣ ਸਮਾਂ ਹੈ ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਹਰਿ ਕੀ ਕਥਾ ਰਿਦ ਮਾਹੇ ਬਸਾਈ, ਮਨ ਬਾਂਛਤ ਸਗਲੇ ਫਲ ਪਾਈ। ਪਾਵਨ ਦਰਬਾਰ ਅੰਦਰ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੇ ਵਿਚਾਰ ਅਤੇ ਇਹ ਪਾਵਨ ਗੁਰ ਇਤਿਹਾਸ ਦੀਨ ਦੁਨੀਆ ਦੇ ਮਾਲਕ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲ ਤਾਰਨ ਗੁਰੂ ਨਾਨਕ ਆਇਆ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ, ਸਤਿਗੁਰਾਂ ਦੇ ਪਾਵਨ ਬਚਨ ਹਨ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਤੇ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਜਦੋਂ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਚਾਨਣ ਸਾਡੇ ਹਿਰਦੇ ਦੇ ਵਿੱਚ ਆਣ ਕੇ ਪ੍ਰਵੇਸ਼ ਕਰਦਾ ਹੈ ਤੇ ਇਸ ਜੀਵ ਨੂੰ ਇਕਾਗਰਤਾ ਦੀ, ਟਿਕਾਓ ਦੀ ਪ੍ਰਾਪਤੀ ਹੁੰਦੀ ਹੈ। ਮਨ ਦੇ ਵਿੱਚ ਰਸ ਹੁੰਦਾ ਹੈ।
ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਚਿਤ ਕਰਦਿਆਂ ਹੋਇਆਂ ਅਤੇ ਮਨ ਦੀ ਇਕਾਗਰਤਾ ਵਾਸਤੇ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪ੍ਰਸੰਗ ਹੈ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਸਤਿਗੁਰੂ ਜੀ ਲੰਕਾ ਦੀ ਧਰਤੀ ਤੇ ਪਹੁੰਚੇ ਹਨ। ਜਦੋਂ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਦੇ ਨਾਲ ਸਤਿਗੁਰੂ ਜੀ ਗਮਨ ਕਰਦਿਆਂ ਹੋਇਆਂ ਲੰਕਾ ਨੂੰ ਜਾ ਰਹੇ ਹਨ, ਰਸਤੇ ਦੇ ਵਿੱਚ ਇੱਕ ਬੜਾ ਵਿਸ਼ਾਲ ਸਮੁੰਦਰ ਆਉਂਦਾ ਹੈ। ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਗੁਰੂ ਸਾਹਿਬ ਜੀ ਆਪ ਕਿਰਪਾ ਕਰੋ ਤੇ ਉਸੇ ਹੀ ਰਸਤੇ ਤੋਂ ਚੱਲਣਾ ਕਰੀਏ ਜਿਸ ਰਸਤੇ ਤੋਂ ਸ਼੍ਰੀ ਰਾਮਚੰਦਰ ਜੀ ਲੰਗੂਰਾਂ ਦੀ, ਵਾਨਰਾਂ ਦੀ ਤੇ ਰਿਛਾਂ ਦੀ ਸੈਨਾ ਲੈ ਕਰਕੇ ਲੰਕਾ ਦੇ ਉੱਤੇ ਹੱਲਾ ਬੋਲਦੇ ਹਨ, ਜਿਸ ਨੂੰ ਰਾਮ ਪੁੱਲ ਜਾਂ ਰਾਮ ਸੇਤੂ ਕਿਹਾ ਜਾਂਦਾ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕਹੇ, ਕਹਿਣ ਲੱਗੇ ਭਾਈ ਮਰਦਾਨਾ ਜੀ ਉਹ ਪੁੱਲ ਬਣਾਇਆ ਗਿਆ ਸੀ, ਪਰ ਜਦੋਂ ਸਤਿਗੁਰੂ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰ ਕਰਕੇ ਵਿਭੀਸ਼ਣ ਨੂੰ ਰਾਜ ਦਿੱਤਾ ਤੇ ਵਾਪਸ ਜਦੋਂ ਅਯੁੱਧਿਆ ਨੂੰ ਜਾਣ ਲੱਗੇ ਤੇ ਇਹ ਪੁੱਲ ਤੋੜ ਦਿੱਤਾ ਸੀ। ਬਚਨ ਵਿਲਾਸ ਕਰਦਿਆਂ ਸਤਿਗੁਰੂ ਜੀ ਤੁਰੇ ਹਨ ਤੇ ਰਸਤੇ ਦੇ ਵਿੱਚ ਇੱਕ ਬੜਾ ਵਿਸ਼ਾਲ, ਜਿਸ ਦਾ ਕਵੀ ਜੀ ਨੇ ਤਕਰੀਬਨ ਆਕਾਰ ਕਈ ਮੀਲਾਂ ਕਈ ਕੋਸਾਂ ਦੇ ਵਿੱਚ ਦੱਸਿਆ ਹੈ। ਸਪਸ਼ਟ ਤੌਰ ਤੇ ਭਾਈ ਸਾਹਿਬ ਜੀ ਦੱਸਦੇ ਹਨ ਕਿ ਤਕਰੀਬਨ 35 ਕੋਸਾਂ ਦੇ ਵਿੱਚ ਇਸ ਵਿਸ਼ਾਲ ਕਾਏ ਮੱਛ ਦਾ ਜਿਹੜਾ ਸਰੀਰ ਸੀ ਸਮੁੰਦਰ ਦੇ ਵਿੱਚ ਫੈਲਿਆ ਹੋਇਆ ਹੈ। ਹੌਲੀ ਹੌਲੀ ਸਤ ਕਰਤਾਰ ਕਹਿੰਦਿਆਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ, ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਇਸ ਮੱਛ ਦੇ ਉੱਤੇ ਸਵਾਰ ਹੋ ਜਾਂਦੇ ਹਨ। ਜਦੋਂ ਸਤਿਗੁਰੂ ਜੀ ਦਾ ਪਾਵਨ ਚਰਨ ਇਸ ਮੱਛ ਦੇ ਮੂੰਹ ਤੇ ਜਾ ਕੇ ਟੱਚ ਕਰਦਾ ਹੈ, ਛੂੰਹਦਾ ਹੈ, ਤੇ ਇਸ ਮੱਛ ਨੂੰ ਪੂਰਵ ਜਨਮ ਦੀ, ਪੂਰਵ ਸਮੇਂ ਦੀ ਸੋਝੀ ਹੁੰਦੀ ਹੈ। ਇਹ ਆਪਣੇ ਦਿਵ ਸਰੂਪ, ਨਿਜ ਸਰੂਪ ਦੇ ਵਿੱਚ ਆਣ ਕੇ ਮਹਾਰਾਜ ਨੂੰ ਨਮਸਕਾਰ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਤੂੰ ਕੌਣ ਹੈ? ਇਸ ਨੇ ਫਿਰ ਆਪਣੀ ਵਾਰਤਾ ਦੱਸੀ ਕਿ ਮੈਂ ਇੱਕ ਤਪੱਸਵੀ ਸੀ ਜਿਹੜਾ ਪਾਣੀ ਦੇ ਵਿੱਚ ਖਲੋ ਕਰਕੇ ਦਿਨ ਰਾਤ ਤਪੱਸਿਆ ਕਰਦਾ ਸੀ, ਜਲ ਧਾਰਾ ਆਦਿਕ। ਇੱਕ ਵਾਰ ਰਾਜ ਰਿਸ਼ੀ ਜਨਕ ਜੀ ਨੇ ਆਣ ਕਰਕੇ ਮਿਸ ਨੂੰ ਇਹ ਗੱਲ ਕਹੀ ਵੀ ਤੂੰ ਹੁਣ ਪਾਣੀ ਦੇ ਵਿੱਚ ਨਾ ਬੈਠ, ਪਾਣੀ ਦੇ ਵਿੱਚ ਨਾ ਖਲੋ, ਬਾਹਰ ਨਿਕਲ, ਆਪਣੇ ਹੱਥਾਂ ਪੈਰਾਂ ਦੇ ਨਾਲ ਸੇਵਾ ਟਹਿਲਕਾਰ, ਸਾਧ ਸੰਗਤ ਦਾ ਆਨੰਦ ਮਾਣ, ਪਰਮੇਸ਼ਰ ਦਾ ਨਾਮ ਜਪ। ਇਸੇ ਵਾਸਤੇ ਹੀ ਪ੍ਰਭੂ ਪਰਮੇਸ਼ਰ ਨੇ ਤੈਨੂੰ ਇਹ ਜਨਮ ਦਿੱਤਾ ਹੈ। ਪਰ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਬਚਨ ਹੈ ਕਿ ਮਨ ਹਟ ਕਿਤੇ ਨਾ ਪਾਇਓ, ਥੱਕੇ ਕਰਮ ਕਮਾਏ। ਆਪਣੀ ਮਤ ਬੁੱਧ ਦੇ ਅਨੁਸਾਰ ਇਸ ਨੇ ਰਾਜੇ ਜਨਕ ਦੀ ਗੱਲ ਨਹੀਂ ਮੰਨੀ ਤੇ ਕਹਿਣ ਲੱਗਾ ਵੀ ਮੈਂ ਬਾਹਰ ਨਿਕਲ ਕੇ ਸੇਵਾ ਵੀ ਕਰਾਂਗਾ, ਟਹਿਲ ਵੀ ਕਰਾਂਗਾ, ਸਾਧ ਸੰਗਤ ਦਾ ਆਨੰਦ ਵੀ ਮਾਣਾਂਗਾ, ਪਰ ਹਜੇ ਮੈਨੂੰ ਕੁਝ ਸਮਾਂ ਹੋਰ ਪਾਣੀ ਦੇ ਵਿੱਚ ਖੜੇ ਦੀ ਰਹਿਣ ਦੀ ਤੁਸੀਂ ਅਨੁਮਤੀ ਦਿਓ। ਵਾਰ-ਵਾਰ ਹਟਾਉਣ ਤੇ ਵਰਜਨ ਤੇ ਵੀ ਜਦੋਂ ਇਸ ਨੂੰ ਮਤ ਨਾ ਆਈ ਤੇ ਰਾਜ ਰਿਸ਼ੀ ਜਨਕ ਨੇ ਸੁਤੇ ਸਿੱਧ ਬਚਨ ਕਹਿ ਦਿੱਤਾ ਵੀ ਭਾਈ ਤੇਰੀ ਬਿਰਤੀ ਤੇ ਫਿਰ ਪਾਣੀ ਦੇ ਵਿੱਚ ਰਹਿਣ ਵਾਲੀ ਹੈ ਜਾਂ ਮੱਛ ਬਣ। ਕਹਿਣ ਲੱਗਾ ਮੈਂ ਮਨ ਕਰਕੇ ਬੜਾ ਡਰਿਆ ਤੇ ਨਿਮਰਤਾ ਦੇ ਨਾਲ ਕਿਹਾ ਵੀ ਠੀਕ ਹੈ, ਅਗਿਆਨ ਵਸ ਹੋ ਕਰਕੇ ਮੈਂ ਆਪ ਜੀ ਦਾ ਬਚਨ ਨਹੀਂ ਮੰਨਿਆ, ਮੈਨੂੰ ਸਰਾਪ ਪ੍ਰਾਪਤ ਹੋਇਆ ਹੈ, ਪਰ ਕਿਰਪਾ ਕਰੋ ਵੀ ਮੇਰੀ ਕਲਿਆਣ ਕਿਵੇਂ ਹੋਵੇਗੀ, ਮੁਕਤੀ ਕਿਵੇਂ ਹੋਵੇਗੀ। ਰਾਜ ਰਿਸ਼ੀ ਤਤ ਵੇਤੇ ਆਤਮ ਗਿਆਨੀ ਜਨਕ ਰਾਜਾ ਨੇ ਉਸ ਵਕਤ ਬੜੇ ਪ੍ਰੇਮ ਦੇ ਨਾਲ ਕਿਹਾ ਵੀ ਕਲਯੁਗ ਦੇ ਅੰਦਰ ਆਪ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਅੰਦਰ ਪ੍ਰਗਟ ਹੋਣਗੇ। ਜਗਤ ਜਲੰਦੇ ਨੂੰ ਤਾਰਦਿਆਂ ਤਾਰਦਿਆਂ ਜਦੋਂ ਸਤਿਗੁਰੂ ਦੇ ਪਾਵਨ ਚਰਨ ਤੇਰੇ ਸਿਰ ਨੂੰ ਛੂਹਣਗੇ ਤੇ ਤੈਨੂੰ ਆਪਣੇ ਪੂਰਵ ਜਨਮ ਦੇ, ਪੂਰਵ ਸਮੇਂ ਦੀ ਸਾਰੀ ਸੋਝੀ ਆ ਜਾਵੇਗੀ।
ਉਹਨਾਂ ਦੇ ਦਰਸ਼ਨ ਪਰਸਨ ਦੇ ਨਾਲ ਹੀ ਸਤਿਗੁਰ ਬਚਨ ਤੁਮਾਰੇ, ਉਹਨਾਂ ਦੇ ਬਚਨਾਂ ਦੇ ਕਰਕੇ ਹੀ ਤੇਰੀ ਗਤੀ ਹੋਵੇਗੀ, ਕਲਿਆਣ ਹੋਵੇਗੀ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਮੱਛ ਦੀ ਕਲਿਆਣ ਹੋਈ। ਇਸ ਮੱਛ ਦੀ ਕਲਿਆਣ ਕਰਕੇ ਗੁਰੂ ਸਾਹਿਬ ਜੀ ਸਤ ਕਰਤਾਰ ਕਹਿੰਦਿਆਂ ਹੋਇਆਂ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਦੇ ਸਮੇਤ ਅੱਗੇ ਲੰਕਾ ਨੂੰ ਵਧੇ ਹਨ। ਜਦੋਂ ਸਤਿਗੁਰੂ ਜੀ ਭਾਈ ਬਾਲਾ ਅਤੇ ਮਰਦਾਨਾ ਜੀ ਦੇ ਸਮੇਤ ਲੰਕਾ ਦੇ ਸਮੇਤ ਪਹੁੰਚੇ ਤੇ ਬਿਲਕੁਲ ਤਵੇ ਦੇ ਰੰਗ ਦੇ ਵੱਤ ਬੜੇ ਬੜੇ ਭਿਆਨਕ ਸਵਰੂਪ ਵਾਲੇ ਵੱਡੇ ਵੱਡੇ ਆਕਾਰਾਂ ਵਾਲੇ ਦੈਤਾਂ ਨੂੰ ਦੇਖਿਆ ਹੈ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਸਤਿਗੁਰੂ ਜੀ ਆਪਾਂ ਕਿਸੇ ਹੋਰ ਪਾਸੇ ਨੂੰ ਨਿਕਲ ਚੱਲੀਏ, ਇੱਥੇ ਆਦਮਖੋਰ ਤੇ ਪਹਾੜਾਂ ਦੇ ਵੱਤ ਬੜੇ ਵਿਸ਼ਾਲ ਸਰੀਰਾਂ ਵਾਲੇ ਦੈਤ ਦੇਖੀ ਜਾ ਰਹੇ ਹਨ, ਕਿਤੇ ਆਪਣਾ ਭੱਖ ਨਾ ਕਰ ਜਾਣ। ਤੇ ਸਤਿਗੁਰੂ ਜੀ ਨੇ ਬੜੇ ਹਾਸ ਰਸਤੇ ਵਿੱਚ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ ਭਾਈ ਮਰਦਾਨਾ ਹਜੇ ਵੀ ਤੇਰੇ ਮਨ ਦੇ ਵਿੱਚ ਡਰ ਭੈ ਹੈ। ਸਭ ਤੋਂ ਵੱਡਾ ਡਰ ਭੈ ਜਿਹੜਾ ਹੈ ਉਹ ਅਗਿਆਨ ਦਾ ਹੈ। ਹਰ ਇੱਕ ਦੇ ਅੰਦਰ ਪਰਮੇਸ਼ਰ ਨੂੰ ਭੁੱਲਣ ਕਰਕੇ ਤਨ ਅਭਿਮਾਨ ਦਾ ਭੂਤ ਹਰ ਇੱਕ ਨੂੰ ਚਿੰਬੜਿਆ ਹੋਇਆ ਹੈ। ਜਿੰਨੇ ਸਮੇਂ ਤੱਕ ਇਹ ਤਨ ਹੰਤਾ ਦੇ ਅਧਿਆਸ ਇਹ ਭੂਤ ਨਿਵਰਤ ਨਹੀਂ ਹੁੰਦਾ, ਉਨੇ ਸਮੇਂ ਤੱਕ ਇਹ ਜੀਵ ਆਪਣੀਆਂ ਬੁਰਾਈਆਂ ਕਰਕੇ ਆਪਣੇ ਅਵਗੁਣਾ ਕਰਕੇ ਹਮੇਸ਼ਾ ਹੀ ਡਰਦਾ ਰਹਿੰਦਾ ਹੈ, ਭੈ ਦੇ ਅੰਦਰ ਹੈ, ਚਿੰਤਾ ਦੇ ਅੰਦਰ ਹੈ। ਸੋ ਇਸ ਵਾਰਤਾ ਨੂੰ ਆਪਣੇ ਬੜੇ ਪ੍ਰੇਮ ਦੇ ਨਾਲ ਪਾਵਨ ਗੁਰ ਇਤਿਹਾਸ ਨੂੰ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਕੀਤਾ ਸੀ। ਸੋ ਆਓ ਅੱਜ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਦੇ ਸਿਰਜਣਹਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਗੁਰਤਾ ਗੱਦੀ ਤੱਕ ਨਿਸ਼ਾਨੀ ਗੁਰਪੁਰਬ ਦਿਹਾੜਾ ਹੈ। ਕੁਝ ਸਮਾਂ ਸਤਿਗੁਰਾਂ ਦਾ ਪਾਵਨ ਗੁਰ ਇਤਿਹਾਸ ਸਰਵਣ ਕਰਨ ਤੋਂ ਉਪਰੰਤ ਜੋ ਲੜੀਵਾਰ ਗੁਰ ਇਤਿਹਾਸ ਹੈ ਉਸ ਦੇ ਨਾਲ ਆਪਾਂ ਜੁੜਨਾ ਕਰਾਂਗੇ। ਭਾਈ ਗੁਰਦਾਸ ਜੀ ਦਾ ਪਾਵਨ ਬਚਨ ਹੈ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਭਾਈ ਗੁਰਦਾਸ ਜੀ ਦਾ ਇਹ ਪਾਵਨ ਕਥਨ ਕਿ ਸਤਿਗੁਰੂ ਜੀ ਦਲ ਭੰਜਨ ਹਨ, ਦਲਾਂ ਦੇ ਦਲਾਂ ਨੂੰ ਸਤਿਗੁਰੂ ਜੀ ਚਕਨਾਚੂਰ ਕਰਨ ਵਾਲੇ ਹਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰ ਇਤਿਹਾਸ ਦੇ ਵਿੱਚ ਇੱਕ ਬੜਾ ਵੱਡਾ ਸਾਨੂੰ ਨੁਕਤਾ ਮਿਲਦਾ ਹੈ। ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਵੱਡੇ ਜੰਗ 4 ਵੱਡੇ ਧਰਮ ਯੁੱਧ ਕੀਤੇ ਹਨ। ਹਾਂ, ਬਰੀਕੀ ਦੇ ਨਾਲ ਅਕਲ ਲਤੀਫੀ ਦੇ ਨਾਲ ਜੇ ਅਸੀਂ ਇਤਿਹਾਸ ਦੀ ਘੋਖ ਕਰੀਏ ਤੇ 6 ਤੋਂ 7 ਯੁੱਧਾਂ ਦਾ ਜ਼ਿਕਰ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਮਿਲਦਾ ਹੈ। ਪਰ ਉਹਨਾਂ ਦੇ ਵਿੱਚੋਂ ਜਿਹੜੇ 2 ਅਤੇ 3 ਜੰਗ ਹਨ ਉਹ ਛੋਟੀਆਂ ਛੋਟੀਆਂ ਝੜਪਾਂ ਹਨ, ਪਿੰਡਾਂ ਦੇ ਕੋਲ ਸ਼ਹਿਰਾਂ ਦੇ ਕੋਲ। ਵੀ ਸਤਿਗੁਰੂ ਜੀ ਆਉਂਦਿਆਂ ਜਾਂ ਜਾਂਦਿਆਂ ਕਿਸੇ ਮੁਗਲ ਸੈਨਿਕਾਂ ਦੇ ਨਾਲ ਸਤਿਗੁਰੂ ਜੀ ਦਾ ਵਾਹ ਪਿਆ ਤੇ ਇਹ ਜੰਗ ਯੁੱਧ ਹੋਏ ਹਨ। ਪਰ ਆਮ ਕਰਕੇ ਜੋ ਸਾਨੂੰ ਪੁਰਾਤਨ ਸਰੋਤਾਂ ਦੇ ਅੰਦਰ ਮਹਿਮਾ ਪ੍ਰਕਾਸ਼ ਦੇ ਅੰਦਰ ਪੰਥ ਪ੍ਰਕਾਸ਼ ਦੇ ਅੰਦਰ ਜਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਤਿਹਾਸ ਮਿਲਦਾ ਹੈ, ਉਹਨਾਂ ਦੇ ਵਿੱਚ ਸਤਿਗੁਰਾਂ ਦੇ ਵੱਡੇ 4 ਜੰਗਾਂ ਦਾ ਸਾਨੂੰ ਲੇਖ ਮਿਲਦਾ ਹੈ। ਦਲ ਭੰਜਨ ਗੁਰ ਸੂਰਮਾ, ਇਸ ਪੰਗਤੀ ਦੇ ਅਰਥ ਕਰਕੇ ਆਪਾਂ ਅੱਗੇ ਤੁਰਦੇ ਹਾਂ। ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਅੰਦਰ ਪਹਿਲਾ ਜਿਹੜਾ ਜੰਗ ਕੀਤਾ ਹੈ ਉਹ ਕੀਤਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ, ਜਿੱਥੇ ਅੱਜ ਕੱਲ੍ਹ ਪਿਪਲੀ ਸਾਹਿਬ ਗੁਰ ਅਸਥਾਨ ਖਾਲਸਾ ਕਾਲਜ ਹੈ। 1628 ਦੇ ਅੰਦਰ ਸਤਿਗੁਰਾਂ ਜੀ ਪਾਵਨ ਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸੀ, ਵਿਆਹ ਦੀਆਂ ਤਿਆਰੀਆਂ ਹੋਈਆਂ ਸਨ। ਸ਼ਿਕਾਰ ਖੇਡਣ ਵੇਲੇ ਸਤਿਗੁਰੂ ਨੇ ਸ਼ਾਹਜਹਾਨ ਦਾ ਇੱਕ ਜਿਹੜਾ ਚਿੱਟੇ ਰੰਗ ਦਾ ਬਾਜ ਹੈ ਉਹ ਸਤਿਗੁਰੂ ਜੀ ਦੇ ਮੇਰ ਸ਼ਿਕਾਰੀਆਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਮੰਗਣ ਤੇ ਜਦੋਂ ਸਤਿਗੁਰੂ ਨੇ ਬਾਜ ਨਹੀਂ ਦਿੱਤਾ ਤੇ ਇਹਨਾਂ ਮੀਰ ਸ਼ਿਕਾਰੀਆਂ ਨੇ ਵੱਧ ਚੜ ਕੇ ਲਾਹੌਰ ਜਾ ਕੇ ਸ਼ਾਹਜਹਾਨ ਦੇ ਕੋਲ ਇਹ ਗੱਲ ਕੀਤੀ ਵੀ ਬਾਦਸ਼ਾਹ ਗੱਲ ਬਾਜ ਦੀ ਨਹੀਂ, ਅੱਜ ਉਹਨਾਂ ਨੇ ਬਾਜ ਨੂੰ ਹੱਥ ਪਾਇਆ ਹੈ, ਕੱਲ ਤਾਜ ਅਤੇ ਤਖਤ ਨੂੰ ਵੀ ਹੱਥ ਪਾਉਣਗੇ। ਬਾਦਸ਼ਾਹ ਦੇ ਹੁਕਮ ਦੇ ਨਾਲ ਬਹੁਤ ਸਾਰੇ ਜਰਨੈਲਾਂ ਦੇ ਨਾਲ ਤੇ ਉਹਨਾਂ ਸਾਰੇ ਜਰਨੈਲਾਂ ਦੇ ਵਿੱਚੋਂ ਸਿਰ ਕੱਢਵਾਂ ਜਰਨੈਲ ਸੀ ਮੁਗਲਸ ਖਾਨ। 7000 ਦਾ ਲਾਮ ਲਸ਼ਕਰ ਲੈ ਕਰਕੇ ਗੁਰੂ ਕੀ ਨਗਰੀ ਤੇ ਹੱਲਾ ਬੋਲਿਆ ਹੈ।
ਪਰ ਦਲ ਭੰਜਨ ਗੁਰ ਸੂਰਮਾ ਸਤਿਗੁਰੂ ਜੀ ਨੇ ਕੁਝ ਸਮੇਂ ਦੇ ਅੰਦਰ ਹੀ ਜਰਨੈਲਾਂ ਦੇ ਸਮੇਤ ਸਾਰਾ ਲਸ਼ਕਰ ਜਿਹੜਾ ਸੀ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ। ਸਤਿਗੁਰੂ ਜੀ ਦੀ ਮਹਾਨ ਫਤਿਹ ਹੋਈ। ਦੂਸਰਾ ਜੰਗ ਗੁਰੂ ਸਾਹਿਬ ਜੀ ਨੇ ਬਿਆਸ ਨਦੀ ਦੇ ਕਿਨਾਰੇ ਗੁਰੂ ਹਰਗੋਬਿੰਦਪੁਰੇ ਨਗਰ ਦੇ ਵਿੱਚ ਕੀਤਾ ਹੈ। ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ, ਚੰਦੂ ਦੇ ਪੁੱਤਰ ਕਰਮਚੰਦ ਤੇ ਘੇਰੜ ਦਾਸ ਖੱਤਰੀ ਦੇ ਪੁੱਤਰ ਕਰਮਚੰਦ ਦੇ ਨਾਲ। ਇਹ ਵੀ ਜੰਗ ਸਤਿਗੁਰੂ ਜੀ ਨੇ 10 ਤੋਂ 11 ਘੰਟਿਆਂ ਦੇ ਵਿੱਚ ਖਤਮ ਕਰ ਦਿੱਤਾ। ਤਕਰੀਬਨ 5 ਜਰਨੈਲਿਆਂ ਦੀ ਕਮਾਨ ਦੇ ਥੱਲੇ 15,000 ਲਸ਼ਕਰ ਚੜ੍ਹ ਕੇ ਗੁਰੂ ਸਾਹਿਬ ਜੀ ਦੇ ਉੱਤੇ ਆਇਆ ਹੈ। ਸਵੇਰੇ ਜੰਗ ਆਰੰਭ ਹੁੰਦਾ ਹੈ, ਸ਼ਾਮਾਂ ਨੂੰ ਸੂਰਜ ਛਪਣ ਦੇ ਨਾਲ ਇਹ ਸਤਿਗੁਰੂ ਜੀ ਇਸ ਜੰਗ ਦਾ ਅੰਤ ਕਰ ਦਿੰਦੇ ਹਨ। ਤੇ ਸਭ ਤੋਂ ਵੱਡੀ ਵਡਿਆਈ, ਗੁਰੂ ਸਾਹਿਬ ਜੀ ਨੇ ਜਿਹੜੇ 4 ਜੰਗ ਕੀਤੇ ਹੈ, 4 ਜੰਗਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜਰਨੈਲ ਸਨ, ਉਹਨਾਂ ਨੇ ਹੱਥ ਜੋੜ ਕੇ ਕਿਹਾ, ਪੀਰ ਜੀ ਅਸੀਂ ਤੁਹਾਡੇ ਨਾਲ ਤੀਰ ਕਮਾਨ ਦਾ ਜੰਗ ਨਹੀਂ ਕਰ ਸਕਦੇ। ਦਲ ਭੰਜਨ ਗੁਰ ਸੂਰਮਾ, ਕਿਉਂਕਿ ਤੁਹਾਡੇ ਜਿਹੜੇ ਤੀਰ ਹਨ ਖੱਪਰੇ ਤੀਰ, ਉਹ 10 10 12 12 15 15 ਦੀਆਂ ਛਾਤੀਆਂ ਨੂੰ ਚੀਰ ਕਰਕੇ ਤੇ ਛੂੰਕਦੇ ਹੋਏ ਸੁੱਕੇ ਹੀ ਜਾ ਕੇ ਧਰਤੀ ਦੇ ਵਿੱਚ ਖੜੇ ਹੋ ਜਾਂਦੇ ਹਨ। ਭਾਵ ਕਿ ਆਮ ਕਰਕੇ ਤੇਜ਼ ਤੋਂ ਤੇਜ਼ ਸਾਬ ਸ਼ੂਟਰ ਜਿਹੜਾ ਗੋਲੀ ਚਲਾਉਣ ਵਾਲਾ ਵੀ ਹੈ, ਉਹ ਵੀ ਗੋਲੀ ਚਲਾਵੇ, ਜੇ ਕੋਈ ਗੋਲੀ 2 ਜਾਂ 3 ਸਰੀਰਾਂ ਦੇ ਵਿੱਚੋਂ ਵੀ ਬਾਹਰ ਨਿਕਲ ਜਾਵੇ, ਵੈਸੇ ਜਦੋਂ ਗੋਲੀ ਚਲਾਈ ਜਾਂਦੀ ਹੈ ਆਪ ਸਭ ਨੂੰ ਪਤਾ ਹੈ, ਜਿੱਥੋਂ ਗੋਲੀ ਪ੍ਰਵੇਸ਼ ਕਰਦੀ ਹੈ ਉੱਥੇ ਤੇ ਮਾਮੂਲੀ ਜਿਹਾ ਜ਼ਖਮ ਹੁੰਦਾ ਹੈ, ਪਰ ਜਿੱਥੋਂ ਗੋਲੀ ਬਾਹਰ ਨਿਕਲਦੀ ਹੈ ਨਾ, ਉੱਥੇ ਪਾੜੋ ਦੇ ਪਾੜ ਪੈ ਜਾਂਦੇ ਹਨ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਉਹਨਾਂ ਨੂੰ ਪਤਾ ਹੈ ਵੀ ਅਸੀਂ ਖੇਤੀਬਾੜੀ ਕਰਨ ਵਾਲੇ ਜਿਹੜੇ ਲੋਕ ਹਾਂ, ਜਿਹੜੇ ਡੰਗਰ ਪਸ਼ੂ ਪਾਲਦੇ ਹਾਂ, ਘਰਾਂ ਦੇ ਵਿੱਚ ਜਿਨ੍ਹਾਂ ਨੇ ਡੰਗਰ ਪਸ਼ੂ ਰੱਖੇ ਹੈ ਤੇ ਮੱਝਾਂ ਦੇ ਨਾਲ ਜਿਨ੍ਹਾਂ ਦੇ ਕੋਲ ਝੋਟਾ ਹੋਵੇ, ਹੁਣ ਇੱਕ ਝੋਟਾ ਭੱਜ ਕੇ ਕਿਤੇ ਜਾ ਕੇ ਸਿਰ ਮਾਰੇ ਤੇ ਉਹਦੀ ਤੜ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇੱਕ ਗੋਲੀ ਦੇ ਵਿੱਚ ਜਿਹੜਾ ਵਜਨ ਹੁੰਦਾ ਹੈ ਨਾ, ਜਿਹੜੀ ਸੱਟ ਹੁੰਦੀ ਹੈ, ਮੰਨਿਆ ਜਾਂਦਾ ਹੈ ਵੀ 60 ਝੋਟਿਆਂ ਦੀ ਇਕੱਠੀ ਤਾਕਤ ਦਾ ਵਜਨ ਜਿਹੜਾ ਹੈ ਪੈਮਾਨਾ ਇੱਕ ਗੋਲੀ ਦੇ ਵਿੱਚ ਹੁੰਦਾ ਹੈ। ਇੱਕ ਝੋਟਾ ਭੱਜਦਾ ਆਵੇ, ਆਣ ਕੇ ਕਿਸੇ ਕੰਧ ਨੂੰ ਜਾਂ ਕਿਸੇ ਬੰਦੇ ਨੂੰ ਸਿਰ ਮਾਰੇ, ਉਹ ਬੰਦਾ ਸੰਭਲ ਨਹੀਂ ਸਕਦਾ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਜੇ 60 ਝੋਟੇ ਇੱਕੋ ਜਗ੍ਹਾ ਤੇ ਇਕੱਠੇ ਹੋ ਕਰਕੇ ਆਪਣੀ ਤਾਕਤ ਨੂੰ ਇਕੱਠਾ ਕਰਕੇ ਕਿਸੇ ਜਗ੍ਹਾ ਤੇ ਜਾ ਕੇ ਸੱਟ ਮਾਰਨ ਤੇ ਉਸ ਕੰਧ ਦਾ, ਉਸ ਬਿਲਡਿੰਗ ਦਾ ਕੀ ਹਾਲ ਹੋ ਸਕਦਾ ਹੈ। ਇਸੇ ਪ੍ਰਕਾਰ ਜਿਹੜੀ ਗੋਲੀ ਹੈ, ਜਦੋਂ ਗੋਲੀ ਚੱਲਦੀ ਹੈ ਤੇ ਗੋਲੀ ਦੀ ਤੜ ਜਿਹੜੀ ਹੈ ਉਹਦੇ ਵਿੱਚ ਜਿਹੜਾ ਪੈਮਾਨਾ ਹੈ ਨਾ, ਉਹਦੇ ਚੱਲਣ ਦਾ, ਉਹਦੀ ਐਨਰਜੀ ਜਿਹੜੀ ਹੈ, ਜਿਹੜੀ ਤਾਕਤ ਹੈ, ਸੱਟ, ਮੰਨਿਆ ਜਾਂਦਾ ਹੈ ਵੀ ਕਈ ਔਂਸਰ ਝੋਟਿਆਂ ਦੀ ਤਾਕਤ ਗੋਲੀ ਦੇ ਅੰਦਰ ਹੁੰਦੀ ਹੈ। ਇੱਕ ਗੋਲੀ 2 ਜਾਂ 3 ਸਰੀਰਾਂ ਦੇ ਵਿੱਚੋਂ ਵੀ ਪਾਰ ਨਿਕਲ ਜਾਵੇ ਤੇ ਤੁਸੀਂ ਗੋਲੀ ਨੂੰ ਚੁੱਕ ਕੇ ਵੇਖ ਲੈਣਾ, ਉਸ ਗੋਲੀ ਨੂੰ ਲਾਜ਼ਮੀ ਖੂਨ ਲੱਗਾ ਹੋਵੇਗਾ, ਲਾਜ਼ਮੀ। ਪਰ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਸਾਨੂੰ ਇਹ ਨੁਕਤਾ ਮਿਲਦਾ ਹੈ, ਇਹ ਮਹਾਰਾਜ ਦੇ ਬਾਹੂਬਲ ਦੀ ਗਾਥਾ ਹੈ ਵੀ ਸਤਿਗੁਰੂ ਜੀ ਜਦੋਂ 9 ਟੰਕ ਦਾ ਕਮਾਨ ਖਿੱਚ ਕਰਕੇ ਤੀਰ ਚਲਾਇਆ ਕਰਦੇ ਸਨ, ਹੁਣ ਜਦੋਂ ਲੱਲਾ ਬੇਗ ਦੇ ਨਾਲ ਮਹਾਰਾਜ ਦੀ ਧਰਤੀ ਤੇ ਸਤਿਗੁਰੂ ਦਾ ਜੰਗ ਹੁੰਦਾ ਹੈ, ਉਹਨੇ ਸਤਿਗੁਰੂ ਨੂੰ ਲਲਕਾਰਿਆ, ਮਹਾਰਾਜ ਨੇ ਆਪਣਾ ਖਪਰਾ ਤੀਰ ਚਲਾਇਆ ਹੈ, ਜਾ ਕੇ ਘੋੜੇ ਦੇ ਮੱਥੇ ਦੇ ਵਿੱਚ ਵੱਜਾ ਤੇ ਛੂੰਕਦਾ ਹੋਇਆ ਜਿਹੜੀ ਘੋੜੇ ਦੇ ਪਿੱਛੇ ਦੁਮਜੀ ਹੈ ਪੂਛ ਵਾਲੀ ਜਗ੍ਹਾ, ਉੱਥੋਂ ਤੀਰ ਐਨ ਛੂਕਦਾ ਹੋਇਆ ਬਾਹਰ ਨਿਕਲ ਕੇ ਐਵੇਂ ਧਰਤੀ 'ਚ ਜਾ ਕੇ ਗੱਡਿਆ ਗਿਆ, ਜਿਵੇਂ ਕਿਸੇ ਆਦਮੀ ਨੇ ਧਰਤੀ ਪੁੱਟ ਕਰਕੇ ਤੀਰ ਨੂੰ ਗੱਡਿਆ ਹੋਵੇ। ਲੱਲਾ ਬੇਗ ਦੇ ਇੱਕ ਜਰਨੈਲ ਨੇ ਉਸ ਤੀਰ ਨੂੰ ਚੁੱਕ ਕੇ ਵੇਖਿਆ। ਹੁਣ ਤੁਸੀਂ ਸਮਝ ਸਕਦੇ ਹੋ ਵੀ ਜਦੋਂ ਘੋੜੇ ਦੇ ਮੱਥੇ ਦੇ ਵਿੱਚ ਤੀਰ ਵੱਜਾ, ਘੋੜੇ ਦੀ ਕਿੰਨੀ ਲੰਬਾਈ ਹੁੰਦੀ ਹੈ, ਲੰਮੀ ਬੇਲ ਦਾ ਘੋੜਾ ਹੁੰਦਾ ਹੈ, ਆਦਮੀ ਖੜਾ ਹੈ, ਘੋੜੇ ਦੀ ਲੰਬਾਈ ਹੁੰਦੀ ਹੈ। ਘੋੜੇ ਦੇ ਮੱਥੇ ਦੇ ਵਿੱਚ ਤੀਰ ਵੱਜਦਾ ਹੈ ਤੇ ਪੂਛ ਵਾਲੀ ਜਗ੍ਹਾ ਤੋਂ ਜਿਹਨੂੰ ਦੁਬਜੀ ਕਿਹਾ ਜਾਂਦਾ ਹੈ, ਉੱਥੋਂ ਖਪਰਾ ਤੀਰ ਨਿਕਲਦਾ ਹੈ। ਇੱਕ ਜਰਨੈਲ ਨੇ ਪੁੱਟ ਕਰਕੇ ਗੁਰੂ ਸਾਹਿਬ ਜੀ ਦਾ ਤੀਰ ਵੇਖਿਆ, ਹੱਕਾ ਬੱਕਾ ਰਹਿ ਗਿਆ ਵੀ ਇੰਨੀ ਲੰਮੀ ਬੇਲ ਦੇ ਘੋੜੇ ਦੇ ਸਰੀਰ ਦੇ ਵਿੱਚੋਂ ਤੀਰ ਨਿਕਲਿਆ ਹੈ, ਪਰ ਤੀਰ ਨੂੰ ਰਾਈ ਮਾਤਰ ਵੀ ਖੂਨ ਲੱਗਣ ਦਾ ਸਮਾਂ ਨਹੀਂ ਪ੍ਰਾਪਤ ਹੋਇਆ। ਇੰਨੀ ਤੇਜ਼ ਰਫ਼ਤਾਰ ਦੇ ਨਾਲ ਸਤਿਗੁਰੂ ਜੀ ਦਾ ਤੀਰ ਜਿਹੜਾ ਸੀ ਸਰੀਰਾਂ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਸੀ ਵੀ ਤੀਰਾਂ ਨੂੰ
ਸਰੀਰ ਦੇ ਵਿੱਚੋਂ ਖੂਨ ਲੱਗਣ ਦਾ ਵੀ ਸਮਾਂ ਪ੍ਰਾਪਤ ਨਹੀਂ ਸੀ ਹੁੰਦਾ। ਇਹ ਸਾਨੂੰ ਵਾਰਤਾ ਗੁਰ ਇਤਿਹਾਸ ਦੇ ਵਿੱਚ ਮਿਲਦੀ ਹੈ ਵੀ 6ਵੇਂ ਤੇ 10ਵੇਂ ਪਾਤਸ਼ਾਹ ਜੀ ਜਦੋਂ ਮੈਦਾਨੇ ਜੰਗ ਦੇ ਵਿੱਚ ਆਪਣੀ ਤੀਰ ਕਮਾਨ ਧਨੁਸ਼ ਵਿਦਿਆ ਦਾ ਕਰਤੱਵ ਦਿਖਾਇਆ ਕਰਦੇ ਸਨ ਤੇ 22 ਜਰਨੈਲਾਂ ਦੀ ਛਾਤੀ ਦੇ ਵਿੱਚੋਂ ਇੱਕ ਇੱਕ ਤੀਰ ਜਿਹੜਾ ਸੀ ਛੂੰਕਦਾ ਬਾਹਰ ਨਿਕਲ ਜਾਂਦਾ ਸੀ। ਪਰ ਕਮਾਲ ਦੀ ਗੱਲ ਹੈ ਵੀ 12 ਤੋਂ ਲੈ ਕੇ 20 ਬੰਦਿਆਂ ਦੀ ਛਾਤੀ ਨੂੰ ਵਿੰਨਣ ਵਾਲਾ ਤੀਰ, ਪਰ ਉਸ ਨੂੰ ਬਿਲਕੁਲ ਵੀ ਖੂਨ ਦਾ ਲੇਸ ਮਾਤਰ ਵੀ ਪ੍ਰਾਪਤ ਨਹੀਂ ਸੀ ਹੁੰਦੀ। ਇਸ ਕਰਕੇ ਜਦੋਂ ਵੀ ਜੰਗ ਹੁੰਦਾ ਸੀ ਤੇ ਵੱਡੇ ਵੱਡੇ ਜਰਨੈਲ ਜਦੋਂ ਜੰਗ ਦਾ ਅੰਤ ਹੋਣ ਵੇਲਾ ਹੁੰਦਾ ਸੀ, ਫੌਜਾਂ ਮਾਰ ਜਾਂਦੀਆਂ ਸਨ ਤੇ ਉਹ ਹੱਥ ਜੋੜ ਕੇ ਕਹਿੰਦੇ ਸੀ, ਪੀਰ ਜੀ ਤੀਰਾਂ ਦੇ ਨਾਲ ਤੁਹਾਡਾ ਅਸੀਂ ਸਾਹਮਣਾ ਨਹੀਂ ਕਰ ਸਕਦੇ। ਹਾਂ, ਸੁਣਿਆ ਹੈ ਤੁਹਾਡੇ ਬਾਰੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਾਹੂਬਲ, ਉਹਨਾਂ ਦਾ ਕੱਦ ਕਾਠ, ਇਸ ਤੇ ਜਿਹੜੀ ਧਾਕ ਸੀ ਅਫਗਾਨਿਸਤਾਨ ਤੋਂ ਲੈ ਕੇ ਬਲੋਚਿਸਤਾਨ, ਬਲਖ ਬੁਖਾਰਾ, ਈਰਾਨ, ਇਰਾਕ ਦੀ ਧਰਤੀ ਤੱਕ ਪ੍ਰਸਿੱਧੀ ਸੀ ਮਹਾਰਾਜ ਦੀ। ਵੱਡੇ ਵੱਡੇ ਜਰਨੈਲਾਂ ਦੇ ਮਨ ਦੇ ਵਿੱਚ ਇਹ ਪ੍ਰਾਊਡ ਸੀ, ਵੱਡੇ ਵੱਡੇ ਜਰਨੈਲਾਂ ਦੇ ਮਨ ਦੇ ਵਿੱਚ ਇਹ ਮਾਣ ਸੀ ਵੀ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰਸ਼ਨ ਦੀਦਾਰ ਕਰ ਲਈਏ, ਵੀ ਜੋ ਸੁਣਿਆ ਹੈ ਉਹਨਾਂ ਵਾਸਤੇ ਕਿ ਉਹ ਬਿਲਕੁਲ ਠੀਕ ਹੈ। ਜਦੋਂ ਮਹਾਰਾਜ ਦੀ ਧਰਤੀ ਤੇ ਗੁਰੂ ਸਾਹਿਬ ਜੀ ਦਾ ਜੰਗ ਲੱਲਾ ਬੇਗ ਕਾਬਲ ਬੇਗ ਦੇ ਨਾਲ ਹੁੰਦਾ ਹੈ, ਕਾਬਲ ਬੇਗ ਜਿਸ ਦਾ ਸਰੀਰ 7.5 ਫੁੱਟ ਦੇ ਨਾਲੋਂ ਵੀ ਲੰਬੇਰਾ ਹੈ, ਤੇ ਕਵੀ ਜੀ ਲਿਖਦੇ ਹੈ ਵੀ ਖੁਰਾਕ ਇੰਨੀ ਹੈ, ਇੱਕੋ ਵੇਲੇ ਦੁੰਬਾ ਝਟਕਾ ਕਰਕੇ, ਬੱਕਰਾ ਝਟਕਾ ਕੇ ਕੱਲਾ ਖਾ ਜਾਇਆ ਕਰਦਾ ਸੀ। ਪਹਾੜਾਂ ਵਰਗੀ ਚੌੜੀ ਛਾਤੀ, ਲੰਮਾ ਸਰੀਰ, ਕੱਦਾਵਰ, ਸਿਰ ਉਹਦਾ ਐਵੇਂ ਹੈ ਜਿਵੇਂ ਕੋਈ ਮਟਕਾ ਹੋਵੇ। ਜਦੋਂ ਮਹਾਰਾਜ ਦੀ ਧਰਤੀ ਦੇ 6ਵੇਂ ਪਾਤਸ਼ਾਹ ਜੀ ਦੇ ਨਾਲ ਜੰਗ ਹੋਣ ਲੱਗਾ, 35,000 ਲਸ਼ਕਰ ਚੜ ਕੇ ਗਿਆ ਸੀ। ਅੱਧੀ ਰਾਤ ਦੇ ਵੇਲੇ ਹੀ ਜੰਗ ਆਰੰਭ ਹੋ ਗਿਆ। ਸਵੇਰ ਤੱਕ 20,000 ਤੋਂ ਵੱਧ ਲਸ਼ਕਰ ਜਿਹੜਾ ਸੀ ਉਹ ਲੇਖੇ ਲੱਗ ਗਿਆ ਹੈ। ਹੁਣ ਜਿਹੜੇ ਕਮਰ ਬੇਗ, ਲੱਲਾ ਬੇਗ, ਕਾਬਲ ਬੇਗ ਆਦਿ ਵੱਡੇ ਵੱਡੇ ਜਰਨੈਲ ਆਏ ਸਨ, ਉਹਨਾਂ ਨੇ ਹੁਣ ਮੈਦਾਨੇ ਜੰਗ ਦੇ ਵਿੱਚ ਆਣ ਕੇ ਆਮਣੋ ਸਾਹਮਣੇ ਗੁਰੂ ਸਾਹਿਬ ਜੀ ਦੇ ਨਾਲ ਜੰਗ ਕਰਨਾ ਆਰੰਭ ਕੀਤਾ। ਕਾਬਲ ਬੇਗ ਜਿਹੜਾ ਸੀ ਉਹਨੇ ਗੁਰੂ ਸਾਹਿਬ ਜੀ ਦੀ ਪ੍ਰਸਿੱਧੀ ਸੁਣੀ ਹੋਈ ਸੀ ਤੇ ਪਸ਼ਾਵਰ ਤੋਂ ਇਹ ਸਪੈਸ਼ਲ ਇਸੇ ਕਰਕੇ ਪੰਜਾਬ ਦੀ ਧਰਤੀ ਤੇ ਆਇਆ ਸੀ ਵੀ ਮੈਂ ਸੁਣਿਆ ਹੈ ਵੀ ਸਿੱਖਾਂ ਦੇ ਗੁਰੂ ਦਾ ਕੋਈ ਸਾਹਮਣਾ ਨਹੀਂ ਕਰ ਸਕਦਾ। ਸ਼ਾਹਜਹਾਨ ਨੇ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਮੈਦਾਨੇ ਜੰਗ ਦੇ ਵਿੱਚ ਜਿੰਦਾ ਜਾਂ ਸ਼ਹੀਦ ਕਰਕੇ ਸਾਹਮਣੇ ਲਿਆਉਣ ਦੀ ਪੇਸ਼ਕਸ਼ ਕੀਤੀ ਤੇ ਉਹਨੇ ਆਪਣੀ ਨੰਗੀ ਤਲਵਾਰ ਬੇਮਿਆਨ ਕਰਕੇ ਤੇ ਪਾਣਾ ਦਾ ਬੀੜਾ ਭਰੇ ਦਰਬਾਰ ਦੇ ਵਿੱਚ ਰੱਖਿਆ ਅਤੇ ਕਹਿਣ ਲੱਗਾ ਵੀ ਕੋਈ ਸੂਰਮਾ ਉੱਠੇ ਤੇ ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਂ ਸ਼ਹੀਦ ਕਰਕੇ ਜਾਂ ਜਿੰਦਾ ਮੇਰੇ ਸਾਹਮਣੇ ਪੇਸ਼ ਕਰੇ। ਕਿਉਂਕਿ ਇਸ ਤੋਂ ਪਹਿਲਾਂ ਸ਼ਾਹਜਹਾਨ 2 ਵਾਰ ਗੁਰੂ ਸਾਹਿਬ ਜੀ ਤੋਂ ਮੈਦਾਨੇ ਜੰਗ ਦੇ ਵਿੱਚ ਉਹਦੇ ਜਰਨੈਲ ਭਾਜ ਖਾ ਚੁੱਕੇ ਸਨ। ਵੱਡੇ ਵੱਡੇ ਨਾਮੀ ਮਾਨੀ ਜਿਹੜੇ ਜਰਨੈਲ ਸੀ ਉਹ ਮੈਦਾਨੇ ਜੰਗ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਚੁੱਕੇ ਸਨ। ਜਦੋਂ ਸ਼ਾਹਜਹਾਨ ਨੇ 6ਵੇਂ ਪਾਤਸ਼ਾਹ ਦਾ ਨਾਮ ਲਿਆ ਤੇ ਵੱਡੇ ਵੱਡੇ ਜਰਨੈਲਾਂ ਨੇ ਆਪਣੇ ਸਿਰ ਜਿਹੜੇ ਸੀ ਗੋਡਿਆਂ ਥੱਲੇ ਦੇ ਲਏ, ਕੋਈ ਆਪਣੀ ਧੌਣ ਉੱਚੀ ਨਾ ਕਰੇ। ਬਾਦਸ਼ਾਹ ਫਿਰ ਕਹਿੰਦਾ ਹੈ। ਤੀਸਰੀ ਵਾਰ ਉਸਨੇ ਖਿੱਚ ਕੇ ਕਿਹਾ, ਗੁੱਸਾ ਨਾ ਕਰਿਓ ਮੇਰੇ ਜਰਨੈਲੋ, ਮੈਂ ਪਠਾਨਾਂ ਦੀ, ਮੁਗਲਾਂ ਦੀ, ਮਰਦਾਂ ਦੀ ਸਭਾ ਦੇ ਵਿੱਚ ਬੋਲ ਰਿਹਾ ਹਾਂ ਜਾਂ ਤੁਸੀਂ ਕੋਈ ਨਿਪੁੰਸਕ ਲੋਕ ਇੱਥੇ ਬੈਠੇ ਹੋਏ ਹੋ ਜੋ ਸਿੱਖਾਂ ਦੇ 6ਵੇਂ ਪਾਤਸ਼ਾਹ ਦਾ ਨਾਮ ਸੁਣ ਕਰਕੇ ਤੁਸੀਂ ਆਪਣੀਆਂ ਧੌਣਾਂ ਜਿਹੜੀਆਂ ਸੀ ਉਹ ਗੋਡਿਆਂ ਦੇ ਵਿੱਚ ਦੇ ਲਈਆਂ ਹਨ। ਫਿਰ ਬੜੀ ਜੁਰਤ ਕਰਕੇ ਲੱਲਾ ਬੇਗ ਉੱਠਿਆ ਹੈ। ਇਹਦਾ ਇੱਕ ਭਾਣਜਾ ਸੀ ਕਾਬਲ ਬੇਗ, ਜਿਹਦੇ ਬਾਰੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ ਵੀ ਪਹਾੜਾਂ ਵਰਗੀ ਵਿਸ਼ਾਲ ਇਹਦੀ ਛਾਤੀ ਹੈ, ਬੜਾ ਲੰਮਾ ਚੌੜਾ ਇਹਦਾ ਸਰੀਰ ਹੈ ਤੇ ਮੈਦਾਨੇ ਜੰਗ ਦੇ ਵਿੱਚ ਕਿਹਾ ਜਾਂਦਾ ਸੀ ਵੀ ਜੱਫਾ ਪਾ ਕਰਕੇ ਨਾ ਘੋੜੇ ਦੇ ਸਮੇਤ ਸੂਰਮੇ ਨੂੰ ਚੁੱਕ ਕਰਕੇ ਮੈਦਾਨੇ ਜੰਗ ਤੋਂ ਬਾਹਰ ਲੈ ਆਇਆ ਕਰਦਾ ਸੀ। ਇੰਨੀ ਤਾਕਤ ਸੀ ਇਹਦੇ ਡੋਲਿਆਂ ਦੇ ਅੰਦਰ। ਜਦੋਂ ਬਹੁਤ ਸਾਰਾ ਲਸ਼ਕਰ ਮਹਾਰਾਜ ਦੀ ਧਰਤੀ ਤੇ ਮਾਰਿਆ ਗਿਆ ਤੇ ਇਸਨੇ 6ਵੇਂ ਪਾਤਸ਼ਾਹ ਨੂੰ ਲਲਕਾਰਿਆ, ਕਹਿਣ ਲੱਗਾ ਗੁਰੂ ਸਾਹਿਬ ਜੀ ਬਗਾਨੇ ਪੁੱਤ ਕਿਉਂ ਮਰਵਾ ਰਹੇ ਹੋ?
ਤੁਸੀਂ ਮੈਦਾਨੇ ਜੰਗ ਦੇ ਵਿੱਚ ਆਓ, ਤੀਰ ਕਮਾਨ ਦੇ ਨਾਲ ਤੁਹਾਡਾ ਸਾਹਮਣਾ ਨਹੀਂ ਹੋ ਸਕਦਾ। ਮੈਂ ਚਾਹੁੰਦਾ ਹਾਂ ਤੁਸੀਂ ਸ਼੍ਰੀ ਸਾਹਿਬ ਲੈ ਕਰਕੇ ਪੱਟੇਬਾਜ਼ੀ ਕਰਦਿਆਂ ਹੋਇਆਂ ਮੇਰੇ ਨਾਲ ਜੰਗ ਕਰੋ। ਸਤਿਗੁਰੂ ਜੀ ਨੇ ਇਸ ਦੀ ਲਲਕਾਰ ਨੂੰ ਪ੍ਰਵਾਨ ਕੀਤਾ, ਆਪਣੇ ਘੋੜੇ ਦਾ ਤਿਆਗ ਕੀਤਾ। ਚਰਨਾਂ ਦੇ ਭਾਰ ਗੁਰੂ ਸਾਹਿਬ ਜੀ ਧਰਤੀ ਤੇ ਆਣ ਕੇ ਟਿਕ ਗਏ ਹਨ। ਕਾਬਲ ਬੇਗ ਨੂੰ ਕਹਿਣ ਲੱਗੇ, ਤੇਰੇ ਮਨ 'ਚ ਧੌਂਸ ਨਾ ਰਹਿ ਜਾਵੇ, ਪਠਾਨ ਦਾ ਪੁੱਤਰ ਹੈ, ਪਹਿਲਾ ਵਾਰ ਤੂੰ ਕਰ। ਪਹਿਲਾ ਵਾਰ ਕੀਤਾ, ਗੁਰੂ ਸਾਹਿਬ ਜੀ ਨੇ ਆਪਣੇ ਢਾਲੇ ਦੇ ਉੱਤੇ ਰੋਕ ਲਿਆ ਹੈ। ਸਤਿਗੁਰੂ ਜੀ ਦਾ ਜਿਹੜਾ ਢਾਲਾ ਸੀ ਉਹ ਵੀ ਤਕਰੀਬਨ 1.25 ਮਣ ਦਾ ਸੀ। ਢਾਲੇ ਦੇ ਉੱਤੇ 5 ਫੁੱਲ ਲੱਗੇ ਹੁੰਦੇ ਹੈ ਤੇ ਇੱਕ ਇੱਕ ਫੁੱਲ ਦਾ ਵਜਨ ਵੀ ਜਿਹੜਾ ਸੀ 1.25 ਸੇਰ ਦਾ ਸੀ। ਚਿੰਗਾਰੀਆਂ ਪੈਦੀਆਂ ਹੋਈਆਂ, ਪਰ ਗੁਰੂ ਸਾਹਿਬ ਜੀ ਨੇ ਵਾਰ ਬਚਾ ਲਿਆ। ਦੂਸਰਾ ਵਾਰ ਵੀ ਬਚਾਇਆ। ਹੁਣ ਤੀਸਰਾ ਵਾਰ ਇਸਨੇ ਬੜੀ ਚਲਾਕੀ ਦੇ ਨਾਲ, ਬੜੀ ਫੁਰਤੀ ਦੇ ਨਾਲ ਕੀਤਾ। ਗੁਰੂ ਸਾਹਿਬ ਜੀ ਨੇ ਇੱਕਦਮ ਆਪਣੇ ਆਪ ਨੂੰ ਪਿੱਛੇ ਕਰਕੇ ਬੜੀ ਫੁਰਤੀ ਦੇ ਨਾਲ ਇਹਦਾ ਵਾਰ ਤੇ ਬਚਾਇਆ, ਪਰ ਥੋੜੀ ਜਿਹੀ ਤਲਵਾਰ ਦੀ ਜਿਹੜੀ ਚੁੰਝ ਸੀ ਉਹ ਮਹਾਰਾਜ ਦੀ ਨਾਭੀ ਦੇ ਉੱਤੇ ਲੱਗ ਗਈ। ਥੋੜਾ ਜਿਹਾ ਜ਼ਖਮ ਆਇਆ, ਥੋੜਾ ਜਿਹਾ ਖੂਨ ਮਹਾਰਾਜ ਦੇ ਜਾਮੇ ਤੇ ਆਣ ਕੇ ਪਿਆ ਹੈ। ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ, ਕਾਬਲ ਬੇਗ ਆਪਣੇ ਆਪ ਨੂੰ ਸੰਭਾਲ, ਵਾਰ ਇੰਜ ਨਹੀਂ ਇੰਜ ਕਰੀਦਾ ਹੈ। ਸਤਿਗੁਰੂ ਨੇ ਬਸ ਇਹ ਬਚਨ ਹੀ ਕਿਹਾ ਹੈ, ਕਹਿਣ ਲੱਗੇ ਕਾਬਲ ਬੇਗ ਵਾਰ ਇੰਜ ਨਹੀਂ ਇੰਜ ਕਰੀਦਾ ਹੈ। ਐਸਾ ਵਾਰ ਗੁਰੂ ਸਾਹਿਬ ਨੇ ਮੋਢੇ ਦੇ ਉੱਤੇ ਕੀਤਾ, ਜਿਵੇਂ ਆਪਾਂ ਗਾਤਰਾ ਪਾਇਆ ਹੈ ਨਾ, ਆ ਮੋਢੇ ਤੇ ਵਾਰ ਕੀਤਾ ਤੇ ਵੱਖੇ ਤੱਕ ਗੁਰੂ ਸਾਹਿਬ ਨੇ ਸ਼੍ਰੀ ਸਾਹਿਬ ਦੇ ਨਾਲ ਚੀਰ ਕਰਕੇ 2 ਫਾੜ ਕਰਕੇ ਕਾਬਲ ਬੇਗ ਨੂੰ ਧਰਤੀ ਉੱਤੇ ਵਿਛਾ ਦਿੱਤਾ ਹੈ। ਚੌਥਾ ਜੰਗ ਜਿਹੜਾ ਸੀ ਕਰਤਾਰਪੁਰ ਦੀ ਧਰਤੀ ਤੇ ਹੋਇਆ, ਕਾਲੇ ਖਾਨ ਪੈਂਦੇ ਖਾਨ ਦੇ ਨਾਲ। ਇਸ ਜੰਗ ਦੇ ਵਿੱਚ ਵੀ ਗੁਰੂ ਸਾਹਿਬ ਦੀ ਮਹਾਨ ਫਤਿਹ ਹੋਈ ਹੈ। ਸੋ ਕਹਿਣ ਦਾ ਭਾਵ, ਦਲ ਭੰਜਨ ਗੁਰ ਸੂਰਮਾ। 4 ਜੰਗ ਹੋਏ। ਪਹਿਲਾ ਜੰਗ ਮੁਗਲ ਖਾਨ ਦੇ ਨਾਲ ਹੋਇਆ, 7000 ਲਸ਼ਕਰ ਲੈ ਕੇ ਆਇਆ ਸੀ। ਦੂਸਰਾ ਜੰਗ ਜਲੰਧਰੇ ਅਬਦੁੱਲੇ ਖਾਨ ਦੇ ਨਾਲ ਹੋਇਆ, 14000 ਲਸ਼ਕਰ ਲੈ ਕੇ ਆਇਆ ਸੀ। ਤੀਸਰਾ ਜੰਗ ਲੱਲਾ ਬੇਗ ਕਾਬਲ ਬੇਗ ਦੇ ਨਾਲ ਹੋਇਆ ਹੈ, 35000 ਲਸ਼ਕਰ ਲੈ ਕੇ ਆਇਆ। ਚੌਥਾ ਜੰਗ ਹੋਇਆ ਹੈ ਪੈਂਦੇ ਖਾਨ ਤੇ ਕਾਲੇ ਖਾਨ ਦੇ ਨਾਲ, 1634 ਕਰਤਾਰਪੁਰ ਜਲੰਧਰ ਦੇ ਲਾਗੇ। 1 ਲੱਖ ਲਸ਼ਕਰ ਕਾਲੇ ਖਾਨ ਤੇ ਪੈਂਦੇ ਖਾਨ ਦੀ ਕਮਾਨ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਦੇ ਕੋਲ ਸਾਰੀ ਸਿੱਖਾਂ ਦੀ ਸੈਨਾ ਉਸ ਵਕਤ ਕੁਛ ਕੁ ਹਜ਼ਾਰ ਦੀ ਹੈ। ਪਰ ਗੁਰੂ ਸਾਹਿਬ ਜੀ ਨੇ 12 ਘੰਟੇ ਤੋਂ ਵੱਧ ਸਮਾਂ ਕਿਸੇ ਵੀ ਜੰਗ ਦੇ ਵਿੱਚ ਨਹੀਂ ਲਗਾਇਆ। ਕਿਸੇ ਵੀ ਜੰਗ ਦੇ ਵਿੱਚ, ਚਾਰਾਂ ਦੀਆਂ ਚਾਰਾਂ ਜੰਗਾਂ ਕੁਛ ਹੀ ਸਮੇਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਫਤਿਹ ਕਰ ਲਈਆਂ। ਸੋ ਐਸੇ ਦੀਨ ਦਿਆਲ ਸਤਿਗੁਰੂ ਜਿਹੜੇ ਦਲ ਭੰਜਨ ਵੀ ਹਨ, ਗੁਰ ਸੂਰਮਾ, ਫਿਰ ਵੱਡ ਯੋਧਾ, ਬਹੁ ਪਰਉਪਕਾਰੀ। ਗੁਰੂ ਸਾਹਿਬ ਜੀ ਦਾ ਇੰਨਾ ਸਰੀਰ ਬੁਲੰਦ ਸੀ। ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਥਾ ਕਰਦਿਆਂ 6ਵੇਂ ਪਾਤਸ਼ਾਹ ਦੇ ਬਾਹੂਬਲ ਦੀ ਗੱਲ ਕਰਿਆ ਕਰਦੇ ਸੀ। ਕਹਿਣ ਲੱਗੇ, ਜਦੋਂ ਟੇਲਰ ਦਰਜੀ ਸਤਿਗੁਰਾਂ ਦੇ ਗਲੇ ਦਾ ਘੇਰਾ ਮਾਪਿਆ ਕਰਦਾ ਸੀ ਨਾ, ਤੇ ਉਹਨੂੰ ਥੱਲੇ ਸਟੂਲ ਜਾਂ ਮੇਜ਼ ਰੱਖ ਕਰਕੇ ਤੇ ਉਹਦੇ ਉੱਤੇ ਖਲੋ ਕੇ ਮਹਾਰਾਜ ਦੇ ਗਲੇ ਦਾ ਮਾਪ ਲੈਣਾ ਪੈਂਦਾ ਸੀ। ਤੇ ਕਹਿੰਦੇ ਸੀ ਵੀ ਮਹਾਰਾਜ ਦੇ ਧੌਣ ਗਰਦਨ ਦਾ ਜਿਹੜਾ ਘੇਰਾ ਸੀ ਉਹ 22 ਚੱਪੇ ਸੀ। 22 ਚੱਪੇ, 4 ਉਂਗਲਾਂ ਦਾ ਇੱਕ ਚੱਪਾ ਹੁੰਦਾ ਹੈ ਤੇ 22 ਚੱਪੇ ਮਹਾਰਾਜ ਦੀ ਧੌਣ ਦਾ ਘੇਰਾ ਸੀ। ਬਹੁਤ ਮਹਾਰਾਜ ਦਾ ਸਰੀਰ ਜਿਹੜਾ ਕੱਦਾਵਾਰ, ਫਿਰ ਵੈਰੀ ਵੈਰੀ ਇੰਪ੍ਰੈਸਿਵ ਪਰਸਨੈਲਿਟੀ ਮਹਾਰਾਜ ਦੀ। ਸਤਿਗੁਰਾਂ ਵਰਗਾ 10 ਸਰੂਪਾਂ ਦੇ ਅੰਦਰ, ਮਾਫ ਕਰਿਓ, ਗੁਰ ਜੈਸਾ ਨਾਹੀ ਕੋ ਦੇਵ। ਪਰ ਮਹਾਰਾਜ ਬਹੁਤ ਹੀ ਜ਼ਿਆਦੇ ਦੁਨਿਆਵੀ ਰੂਪ ਦੇ ਵਿੱਚ, ਕੁਦਰਤੀ ਧੂਪ ਦੇ ਵਿੱਚ ਸੋਹਣੇ ਅਤੇ ਸੁਨੱਖੇ ਸਨ, ਬਹੁਤ ਜ਼ਿਆਦਾ ਹੈਂਡਸਮ ਸਨ। ਵਿਦਵਾਨ ਕਹਿੰਦੇ ਹੈ ਮਹਾਰਾਜ ਜਦੋਂ ਪ੍ਰਸ਼ਾਦਾ ਛਕਦੇ ਸੀ ਨਾ, ਤੇ ਗੁਰੂ ਸਾਹਿਬ ਜੀ ਜਿਹੜੀ ਵੀ ਚੀਜ਼ ਆਪਣੇ ਮੁਖਾਰ ਬਿੰਦ ਦੇ ਵਿੱਚ ਪਾਇਆ ਕਰਦੇ ਸਨ, ਉਹ ਮਹਾਰਾਜ ਦੀ ਗਰਦਨ ਤੋਂ ਥੱਲੇ ਜਾਂਦੀ ਦਿਖਦੀ ਸੀ। ਵੀ ਜੇ ਹਰੇ ਰੰਗ ਦੀ ਕੋਈ ਸਬਜ਼ੀ ਖਾਧੀ ਜਾ ਰਹੀ ਹੈ ਤੇ ਉਹ ਗਲੇ ਤੋਂ ਥੱਲੇ ਉਤਰਦੀ ਦਿਖਦੀ ਸੀ। ਇੰਨਾ ਮਹਾਰਾਜ ਦਾ ਸਰੀਰ ਦਾ ਗੋਰ ਰੰਗ, ਕੰਚਨ ਦੇ ਵੱਤ ਮਹਾਰਾਜ ਦੀ ਦੇਹ ਸੀ। ਤੇ ਤਾਂ ਹੀ ਕਾਬਲ ਬੇਗ ਨੇ ਜਦੋਂ ਮਹਾਰਾਜ ਦਾ ਦਰਸ਼ਨ ਕੀਤਾ ਸੀ ਤੇ ਆਪ ਮੁਹਾਰੇ ਉਹਦੇ ਮੂੰਹ ਤੋਂ ਨਿਕਲ ਗਿਆ ਸੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਐਸੇ ਦੀਨ ਦਿਆਲ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਹਾੜਵਦੀ ਪੰਚਮੀ 1595 ਨੂੰ
गुरु की वडाली श्री अमृतसर साहिब परम पूजिया माता गंगा जी की कुख तो भन मथुरा कछ भेद नहीं गुर अर्जन प्रतख हार धन गुरु अर्जुन दे महाराज दे महलों दे विच होया है। जिस वक्त सतगुरु जी की आरजा 5 कुछ साल की हुई ते बीड़ साहिब तो बड़ी निमरता दे नाल बाबा बुढ़ा साहिब जी नूं सद्दिया गया है ते गुरु अर्जुन देव महाराज ने कुछ वस्त्र 5 सेर गुड़ कड़ाह प्रसाद की परात ते बहुत सारी माया जड़ी सी बाबा बुढ़ा साहिब जी दे सपुरद करके कहन लगे बाबा जी तुसी बच्चा बालक साहिबजादे गुरु हरगोबिंद साहिब नूं किरपा करके विद्या पढ़ाउणा करो। 17 दिनां दे वच दुनियावी दरगाही शस्त्रां दी घोड़ सवारी पानी दे विच तरना किले किवें बनाउणे है राजनीति ये सारी विद्या 17 दिनां दे विच 6वें पातशाह जी ने बाबा जी दे पासों प्राप्त कर लई सी। 17 दिनां दे अंदर भावें परमार्थक विद्या है क्योंकि गुरु अवतार सुते सिद्ध ही सारे विद्या नूं जानन वाले हैं पर मर्यादा पुरुषोत्तम हैं। एक मर्यादा रखने वास्ते उन्होंने दुनियावी रूप दे विच अपने उस्ताद बाबा बुढ़ा साहिब जी नूं धारण किया जिन्हां दे पासों उन्होंने सारी विद्या प्राप्त की है। सतगुरु जी की जिस वक्त आरजा 9 साल की हुई गुरु अर्जुन देव महाराज जी जदों निरोल सिक्खी दे वास्ते क्योंकि सतगुरु 5वें पातशाह की जिहड़ी शहादत है वो ओनली ते निरोल सिक्खी दे वास्ते हुई है। जदों शहादत का जाम पीण वास्ते सतगुरु जी लाहौर नूं जाण लगे जिथे अजकल आपां श्री अकाल तख्त साहिब का दर्शन दीदार करते हैं ते इसे पावन स्थान के अंदर एक स्थान है जिन्हों आपां कोठा साहिब कहने हैं। शामां दे वेले श्री हरमंदर साहिब तो सतगुरां दा पावन स्वरूप इसे पावन स्थान दे विच लिया के विराजमान किया जाता है ते अमृत वेले इसे कोठा साहिब तो गुरु साहिब जी का स्वरूप जिहड़ा सी हरमंदर साहिब लिआंदा जाता है। उदों अकाल तख्त साहिब का स्वरूप नहीं सी हैगा, इमारत नहीं सी, उदों कल्ला कोठा साहिब सी ते कोठे साहिब का जिहड़ा निर्माण सी किवें होया जदों श्री हरमंदर साहिब वाली जगह ते सरोवर की खुदवाई की गई जिथे श्री हरमंदर साहिब विराजमान हैं। जदों इस सरोवर दे विच इस जगह तो मिट्टी पुट्टी गई ना जिथे हरमंदर साहिब है उस मिट्टी दे नाल एक कमरा तैयार किया गया सी जिन्हों कोठा साहिब कहा जाता है। ते गुरु अर्जुन देव महाराज जी जदों हरमंदर साहिब की सेवा टहल करवा रहे सी सरोवर की उदों दोपहर के वेले प्रशादा छकण तो बाद 2 या 3 घड़ियां इसे कोठा साहिब दे विच गुरु साहिब जी दोपहर के वेले सुख आनंद लिया करते सन। जदों गुरु अर्जुन देव महाराज जी सिखां दे समेत लाहौर शहादत जाम पीण वास्ते तुरन लगे सिखां ने बेनती की गुरु साहिब आप जी तो बाद साडा मार्ग दर्शन कौन करेगा। तो गुरु साहिब जी ने ज़्यादा संगत दे विच इस गल नूं उस वक्त प्रगट नहीं किया, यह सतगुरु जी की मर्जी है। जिवें बाकी सारे गुरु साहिबाना ने जिवें पहले पातशाह ने ज्योति जोत समाउण तो कुछ समा पहला प्रगट रूप के अंदर गुरता गद्दी ते गुरु अंगद देव महाराज नूं विराजमान किया। दूजे पातशाह जी ने सचखंड गमन करन तो पहला प्रगट रूप दे विच गुरु अमरदास जी नूं विराजमान किया। गुरु अमरदास जी ने गुरु रामदास जी नूं, गुरु रामदास जी ने गुरु अर्जुन देव महाराज जी नूं। पर इत्थे हुण की होया भी गुरु अर्जुन देव महाराज जी ने प्रगट रूप दे विच संगती रूप दे विच एलानिया रूप दे विच इह गल प्रगट नहीं की भी असीं शहादत ते जाम पीण वास्ते लाहौर जा रहे हाँ ते अज तो तुहाडा गुरु गुरु हरगोबिंद साहिब महाराज है। बाबा बुढ़ा साहिब जी नूं ते भाई गुरदास जी नूं नाल लैके सतगुरु जी कोठा साहिब दे अंदर आउंदे हन। 6वें पातशाह नूं मत्था टेक के 5 पैसे ते नारियल सतगुरु जी की झोली दे अंदर पा के 3 परिक्रमा करते हैं। बाबा बुढ़ा साहिब जी जिथे गुरु हरगोबिंद साहिब महाराज नूं गुरता गद्दी का तिलक लगाउंदे है सतगुरां दे हुक्म दे नाल सह टिक्का दितोस जीवद है
ਉੱਥੇ ਨਾਲ ਹੀ ਗੁਰਤਾ ਗੱਦੀ ਦੀ ਅਰਦਾਸ ਵੀ ਸਤਿਗੁਰਾਂ ਦੇ ਹੁਕਮ ਦੇ ਨਾਲ ਕਰਦੇ ਹਨ। ਪੰਜਵੇਂ ਪਾਤਸ਼ਾਹ ਆਪਣੇ ਬੱਚੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੜੀ ਨਿਮਰਤਾ ਦੇ ਨਾਲ ਕਹਿੰਦੇ, ਸਾਹਿਬਜ਼ਾਦਾ ਪੁੱਤਰ ਜੀ, ਅੱਜ ਤੋਂ ਤੁਸੀਂ ਜਿਹੜਾ ਵੀ ਕੋਈ ਪਰਮਾਰਥਿਕ ਜਾਂ ਦੁਨਿਆਵੀ ਕਾਰਜ ਕਰਨਾ ਹੈ, ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਸਲਾਹ ਜ਼ਰੂਰ ਲੈਣੀ ਹੈ। ਇਹ ਦੋਨੋਂ ਹੀ ਗੁਰੂ ਘਰ ਦੇ ਬੜੇ ਮਹਾਨ ਥੰਬ ਹਨ। ਜਿੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਦਰਜਾ ਹਾਸਲ ਹੈ, ਉੱਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖੀ ਅਵਦਨਾ ਤੈਂ ਤੇ ਪਾਰਾ, ਸਿੱਖੀ ਦੀ ਹੱਦ ਦੱਸਿਆ ਗਿਆ ਹੈ। ਇੰਨਾ ਸਤਿਕਾਰ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਮਾਤਾ ਗੰਗਾ ਜੀ ਦੇ ਹੁਕਮ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ 24,000 ਸੰਗਤਾਂ ਦਾ ਇਕੱਠ ਲੈ ਕੇ ਗਵਾਲੀਅਰ ਦੇ ਕਿਲੇ ਨੂੰ ਜਾ ਕੇ ਘੇਰਾ ਪਾ ਲਿਆ। ਜਦੋਂ ਜਾ ਕੇ 6ਵੇਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ ਤੇ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਚਿੱਟਾ ਦਾੜਾ ਦੁੱਧ ਦੇ ਵੱਤ ਆਪਣੇ ਹੱਥਾਂ ਦੇ ਵਿੱਚ ਲੈ ਕੇ ਬੜੀ ਨਿਮਰਤਾ ਦੇ ਨਾਲ ਨਮਸਕਾਰ ਕੀਤੀ ਤੇ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਇੱਥੇ ਆਉਣ ਦੀ ਕੀ ਲੋੜ ਸੀ, ਇੰਨੀ ਖੇਚਲ ਕਿਉਂ ਕੀਤੀ? ਕਿਉਂਕਿ ਤੁਹਾਡੇ ਵਿੱਚ ਸਾਨੂੰ ਆਦਿ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਦੀਦਾਰ ਹੁੰਦਾ ਹੈ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੋਦੀ ਦਾ, ਉਹਨਾਂ ਦੀ ਛਾਤੀ ਦਾ ਆਨੰਦ ਮਾਣਿਆ ਹੈ। ਸਾਡੇ ਸਤਿਕਾਰਯੋਗ ਪਰਮ ਪੂਜਿਆ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਜਾਣ ਤੋਂ ਪਹਿਲਾਂ ਇਹ ਸਾਨੂੰ ਨਸੀਹਤ ਦੇ ਕੇ ਗਏ ਸਨ ਵੀ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਕਦੇ ਵੀ ਕਿਸੇ ਬਚਨ ਨੂੰ ਟਾਲਣਾ ਨਹੀਂ, ਇਹਨਾਂ ਦਾ ਹਮੇਸ਼ਾ ਸਤਿਕਾਰ ਕਰਨਾ ਹੈ। ਐਸਾ ਸਤਿਕਾਰ ਸੀ ਬਾਬਾ ਬੁੱਢਾ ਸਾਹਿਬ ਦਾ। ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰਾਂ ਨੇ ਕਿਹਾ ਵੀ ਅਸੀਂ ਜਦੋਂ ਲਾਹੌਰ ਜਾ ਕੇ ਸ਼ਹਾਦਤੇ ਜਾਮ ਪੀ ਜਾਵਾਂਗੇ, ਜਦੋਂ ਸਾਡੀ ਸ਼ਹੀਦੀ ਦਾ ਸਮਾਚਾਰ ਲੈ ਕੇ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਣਗੇ, ਉਦੋਂ ਤੁਸੀਂ ਐਲਾਨੀਆ ਰੂਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਇਹ ਗੱਲ ਪ੍ਰਗਟ ਦੱਸ ਦਿਓ ਵੀ ਅੱਜ ਤੋਂ ਸਿੱਖਾਂ ਦੀ ਅਗਵਾਈ ਤੇ ਗੁਰਤਾ ਗੱਦੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ। ਸੋ ਸਤਿਗੁਰਾਂ ਦਾ ਅੱਜ ਪਾਵਨ ਪਵਿੱਤਰ ਤਖਤ ਨਿਸ਼ੀਨੀ ਗੁਰਪੁਰਬ ਦਿਹਾੜਾ ਹੈ। ਆਪ ਸਮੂਹ ਸਾਧ ਸੰਗਤ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਤਖਤ ਨਿਸ਼ੀਨੀ ਗੁਰਪੁਰਬ ਦਿਹਾੜੇ ਦੀ ਕੋਟਾਨ ਬੇਅੰਤ ਵਧਾਈ। ਹੁਣ ਆਓ ਜੋ ਲੜੀਵਾਰ ਸਤਿਗੁਰਾਂ ਦਾ ਪਾਵਨ ਗੁਰ ਇਤਿਹਾਸ ਆਪ ਨਿਤਾ ਪ੍ਰਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹੋ, ਆਓ ਪ੍ਰੇਮ ਦੇ ਨਾਲ ਸਰਵਣ ਕਰਨਾ ਕਰੀਏ। ਤਬ ਹੀ ਪਾਵੇ ਮੁਕਤ ਆਨੰਦਾ, ਬੰਧਨ ਡਾਰ ਮਿਟੇ ਜਮ ਫੰਦਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੇ ਲੰਕਾ ਨਿਵਾਸੀ ਤੇ ਲੰਕਾ ਦੇ ਦੈਂਤਾਂ ਨੂੰ ਵੇਖਿਆ ਹੈ ਤੇ ਮਨ ਦੇ ਵਿੱਚ ਘਬਰਾਹਟ ਆਈ ਤੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਆਪਾਂ ਹੋਰ ਕਿਸੇ ਪਾਸੇ ਨੂੰ ਚੱਲਦੇ ਹਾਂ, ਕਿਉਂਕਿ ਇੱਥੇ ਬੜੇ ਭਿਆਨਕ ਤੇ ਮਨ ਨੂੰ ਭੈਭੀਤ ਕਰਨ ਵਾਲੇ ਦੈਤ ਦਿਖਾਈ ਦੇ ਰਹੇ ਹਨ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਸਭ ਤੋਂ ਵੱਡਾ ਦੈਂਤ ਇਨਸਾਨ ਦੇ ਅੰਦਰ ਹੈ ਜਿਸ ਨੂੰ ਹੰਕਾਰ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਇੱਕ ਭੂਤ ਪ੍ਰੇਤ ਐਸਾ ਹੈ ਜਿਹੜਾ ਬ੍ਰਹਮ ਗਿਆਨੀ ਤੋਂ ਇਲਾਵਾ ਹਰ ਇੱਕ ਦੇ ਸਰੀਰ ਨੂੰ ਚਿੰਬੜਿਆ ਹੋਇਆ ਹੈ। ਭਾਈ ਮਰਦਾਨਾ ਜੀ ਨੇ ਕਿਹਾ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ, ਉਸ ਭੂਤ ਨੂੰ ਅਸੀਂ ਦੇਖਿਆ ਤੇ ਕਦੇ ਨਹੀਂ ਹੈਗਾ। ਉਹ ਕਿਹੜਾ ਭੂਤ ਹੈ ਜਿਹੜਾ ਬ੍ਰਹਮ ਗਿਆਨੀ ਤੋਂ ਇਲਾਵਾ ਹਰ ਇੱਕ ਦੇ ਅੰਦਰ ਹੈ, ਹਰ ਇੱਕ ਨੂੰ ਡਰ ਦਿੰਦਾ ਹੈ, ਭੈ ਦਿੰਦਾ ਹੈ, ਬੁਰਾਈਆਂ ਦੇ ਵੱਲ ਪ੍ਰੇਰਿਤ ਕਰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਉਸ ਭੂਤ ਨੂੰ ਦੇਹ ਅਧਿਆਸ ਤਨ ਹੰਤਾ ਕਿਹਾ ਜਾਂਦਾ ਹੈ। ਫਿਰ ਬੇਨਤੀ, ਦੇਹ ਅਧਿਆਸ ਤਨ ਹੰਤਾ ਦੋਨੋਂ ਇੱਕੋ ਸ਼ਬਦ ਹੈ। ਤਨ ਹੰਤਾ ਕਹਿ ਲੋ, ਤਨ ਦਾ ਹੰਕਾਰ, ਜਾਂ ਦੇਹ ਅਧਿਆਸ ਵੀ ਮੈਂ ਦੇਹ ਹਾਂ। ਕੋਟਣ ਮੈਂ ਨਾਨਕੋ ਨਾਰਾਇਣ ਜੇ ਚੀਤ, ਕਰੋੜਾਂ ਚੋਂ ਇੱਕ ਅੱਧਾ ਹੈ ਜਿਹੜਾ ਇਸ ਖਾਈ ਨੂੰ, ਇਸ ਨਦੀ ਨੂੰ ਪਾਰ ਕਰ ਜਾਂਦਾ ਹੈ, ਜਿਹਦੀ ਬਿਰਤੀ ਇਹ ਬਣ ਜਾਂਦੀ ਹੈ ਵੀ ਰਜ ਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਜਿਹੜਾ ਦੇਹ ਅਧਿਆਸ ਤੋਂ ਪਰਾਂ ਹੋ ਜਾਂਦਾ ਹੈ। ਹੁਣ ਦੇਹ ਅਧਿਆਸ ਕੀ ਹੈ? ਸੁਖਮਨੀ ਸਾਹਿਬ ਦਾ ਇੱਕ ਛੋਟਾ ਜਿਹਾ ਬਚਨ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰ।
ਬੁੱਧੀ ਦੇ ਅੰਦਰ ਦਿਨ ਰਾਤ ਇਹ ਵਿਚਾਰ ਰਹਿਣੀ ਮੈਂ ਸਰੀਰ ਹਾਂ, ਆਪਣੇ ਆਪ ਨੂੰ ਸਰੀਰ ਮੰਨਣਾ, ਜਦ ਕਿ ਇਹ ਅਗਿਆਨ ਹੈ। ਸੰਗਲਾ ਦੀਪ ਜਦੋਂ ਸਤਿਗੁਰੂ ਜੀ ਜਾਂਦੇ ਹੈ, ਉਦੋਂ ਵੀ ਰਾਜਾ ਸ਼ਿਵਨਾਵ ਸਤਿਗੁਰੂ ਨੂੰ ਕਹਿੰਦਾ, ਮਹਾਰਾਜ ਮੈਨੂੰ ਬ੍ਰਹਮ ਗਿਆਨ ਕਰਵਾਓ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰਾ ਨਾਮ ਕੀ ਹੈ, ਤੂੰ ਕੌਣ ਹੈ? ਉਹ ਕਹਿਣ ਲੱਗਾ, ਜੀ ਮੈਂ ਸ਼ਿਵਨਾਭ ਹਾਂ, ਇੱਥੋਂ ਦਾ ਰਾਜਾ ਹਾਂ। ਗੁਰੂ ਜੀ ਕਹਿਣ ਲੱਗੇ, ਨਹੀਂ, ਇਹ ਤੇ ਤੇਰਾ ਸਰੀਰਿਕ ਨਾਮ ਹੈ ਜੋ ਮਾਂ ਪਿਓ ਤੋਂ ਮਿਲਿਆ ਹੈ। ਮੈਂ ਪੁੱਛਿਆ ਤੂੰ ਕੌਣ ਹੈ? ਉਹ ਸੋਚ ਦੇ ਵਿੱਚ ਪੈ ਗਿਆ। ਕੁਝ ਸਮੇਂ ਬਾਅਦ ਕਹਿਣ ਲੱਗਾ, ਜੀ ਮੈਂ ਖੱਤਰੀ ਹਾਂ। ਗੁਰੂ ਜੀ ਕਹਿਣ ਲੱਗੇ, ਮੈਂ ਨਹੀਂ ਪੁੱਛਿਆ ਤੇਰਾ ਵਰਨ ਕੀ ਹੈ, ਮੈਂ ਪੁੱਛਿਆ ਤੂੰ ਕੌਣ ਹੈ? ਕਹਿਣ ਲੱਗਾ, ਜੀ ਮੈਂ ਰਾਜਾ ਹਾਂ। ਮਹਾਰਾਜ ਕਹਿਣ ਲੱਗੇ, ਮੈਂ ਨਹੀਂ ਪੁੱਛਿਆ ਵੀ ਤੇਰਾ ਕਿੱਤਾ ਕੀ ਹੈ, ਇਹ ਤੇ ਤੇਰਾ ਗੁਣ ਹੈ। ਜਿਵੇਂ ਇੱਕ ਕਥਾ ਕਰਨ ਵਾਲਾ ਗਿਆਨੀ ਹੈ, ਗਿਆਨੀ ਉਹਦਾ ਗੁਣ ਹੈ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਇਹ ਪੁੱਛਿਆ ਤੂੰ ਕੌਣ ਹੈ? ਕਹਿਣ ਲੱਗਾ, ਜੀ ਮੈਂ ਸਰੀਰ ਹਾਂ। ਮਹਾਰਾਜ ਕਹਿਣ ਲੱਗੇ, ਜੇ ਤੂੰ ਸਰੀਰ ਹੋਵੇਂ ਤੇ 50, 60, 70 ਸਾਲਾਂ ਬਾਅਦੋਂ ਆਤਮਾ ਸਰੀਰ ਬਦਲੇ ਕਿਉਂ? ਮੈਂ ਪੁੱਛਿਆ ਹੈ ਵੀ ਤੂੰ ਕੌਣ ਹੈ? ਕਹਿਣ ਲੱਗਾ, ਮੈਂ ਮਨ ਹਾਂ। ਸਤਿਗੁਰੂ ਕਹਿਣ ਲੱਗੇ, ਨਹੀਂ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇਹ ਸਾਰਾ ਆਤਮੇ ਦਾ ਪਹਿਰਾਵਾ ਹੈ, ਜੋ 5 ਗਿਆਨ ਇੰਦਰੇ, ਕਰਮ ਇੰਦਰੇ, 5 ਪ੍ਰਕਾਰ ਦੇ ਪ੍ਰਾਣ, ਪ੍ਰਾਣ, ਅਪਾਨ, ਸਮਾਨ, ਬਿਆਨ ਅਤੇ ਉਦਾਨ, ਜੋ ਸਾਡੇ ਅੰਦਰ ਵਸਦੇ ਹਨ। ਪ੍ਰਾਣ ਅਸੀਂ ਨਾਸਕਾਂ ਥਾਣੀ ਲੈਂਦੇ ਹਾਂ। ਅਪਾਨ ਜਦੋਂ ਵਾਸੀ ਲਈ ਦੀ ਜਿਹੜੀ ਹਵਾ ਬਾਹਰ ਨਿਕਲਦੀ ਨੂੰ ਅਪਾਨ ਕਿਹਾ ਜਾਂਦਾ ਹੈ। ਜਿਸ ਹਵਾ ਦੇ ਨਾਲ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਸਾਡਾ ਖੂਨ ਦਾ ਸਰਕਲ ਚੱਲਦਾ ਹੈ, ਇਹਨੂੰ ਸਮਾਨ ਹਵਾ ਕਿਹਾ ਜਾਂਦਾ ਹੈ। ਇਸ ਨੂੰ ਲਿੰਗ ਸਰੀਰ ਵੀ ਕਿਹਾ ਜਾਂਦਾ ਹੈ। ਜਿਵੇਂ ਸਾਡਾ 5 ਭੌਤਿਕ ਸਰੀਰ ਹੈ ਨਾ, 5 ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਸ ਸਥੂਲ ਸਰੀਰ ਦੇ ਅੰਦਰ ਇੱਕ ਲਿੰਗ ਸਰੀਰ ਹੈ, ਜਿਹੜਾ ਸੂਖਮ 17 ਤੱਤਾਂ ਦਾ ਬਣਿਆ ਹੋਇਆ ਹੈ, ਜਿਹਦੇ ਵਿੱਚ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, 1 ਮਨ ਤੇ 1 ਬੁੱਧੀ। 17 ਤੱਤਾਂ ਦਾ ਸੂਖਮ ਸਰੀਰ ਹੈ। ਇਸ ਤੋਂ ਪਰੇ ਲਿੰਗ ਸਰੀਰ ਹੈ। ਲਿੰਗ ਸਰੀਰ ਤੋਂ ਪਰੇ ਆਤਮਾ ਦਾ ਸਵਰੂਪ ਹੈ। ਇਹਨੂੰ ਐਵੇਂ ਵੀ ਆਪਾਂ ਸਮਝ ਸਕਦੇ ਹਾਂ, ਇੱਕ ਗੱਡੀ ਦਾ ਟਾਇਰ ਹੈ, ਜਿਹੜਾ ਬਾਹਰ ਮੁਖੀ ਰਬੜ ਦਾ ਟਾਇਰ ਹੈ, ਇਹ ਮੰਨੋ ਸਾਡਾ ਸਰੀਰ ਹੈ। ਉਹਦੇ ਅੰਦਰ ਜਿਹੜੀ ਟਿਊਬ ਹੈ, ਟਿਊਬ, ਇਹ ਸਾਡਾ ਲਿੰਗ ਸਰੀਰ ਹੈ। ਪਰ ਟਿਊਬ ਦੇ ਅੰਦਰ ਜਿਹੜੀ ਹਵਾ ਹੈ, ਜਿਹਦਾ ਕੋਈ ਰੂਪ ਰੰਗ ਨਹੀਂ, ਇਹ ਆਤਮਾ ਹੈ। ਇੱਕ ਟਾਇਰ ਹੈ, ਟਾਇਰ ਦੇ ਅੰਦਰ ਬਾਰ-ਬਾਰ ਰਬੜ ਦਾ ਟਾਇਰ ਹੈ, ਵੇ ਟੂਬ ਹੈ, ਟੂਬ ਦੇ ਅੰਦਰ ਹਵਾ ਹੈ। ਹਵਾ ਆਤਮਾ ਦੇ ਵੱਤ ਹੈ। ਟਿਊਬ ਜਿਹੜੀ ਹੈ ਇਹ ਲਿੰਗ ਸਰੀਰ, ਸੂਖਮ ਸਰੀਰ ਹੈ। ਤੇ ਇਸ ਦੇ ਉੱਤੇ ਜਿਹੜਾ ਇਹ ਸਾਡਾ ਹੱਡ ਚਮਦਾ ਹੈ, ਜਿਹਨੂੰ ਅਸੀਂ ਅਸਥੂਲ ਸਰੀਰ ਕਿਹਾ ਜਾਂਦਾ ਹੈ, 5 ਤੱਤਾਂ ਦਾ। ਰਾਜੇ ਸ਼ਿਵਨਾਭ ਨੂੰ ਵੀ ਸਤਿਗੁਰੂ ਨੇ ਇਹ ਦ੍ਰਿੜ ਕਰਵਾਇਆ ਸੀ, ਨਾ ਤੂੰ ਪ੍ਰਾਣ ਹੈ, ਨਾ ਤੂੰ ਗਿਆਨ ਇੰਦਰੇ ਹੈ, ਨਾ ਤੂੰ ਮਨ ਹੈ, ਨਾ ਤੂੰ ਬੁੱਧੀ ਹੈ, ਨਾ ਤੂੰ ਸਰੀਰ ਹੈ, ਤੂੰ ਆਤਮਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਇੱਥੇ ਭਾਈ ਮਰਦਾਨਾ ਜੀ ਨੂੰ ਸਮਝਾ ਰਹੇ ਹਨ ਵੀ ਤਨ ਦੇਹ ਅਧਿਆਸ ਦਾ ਜਿਹੜਾ ਭੂਤ ਹੈ, ਹਰ ਇੱਕ ਨੂੰ ਚਿੰਬੜਿਆ ਹੋਇਆ ਹੈ। ਜਿੰਨੇ ਸਮੇਂ ਤੱਕ ਦੇਹ ਅਧਿਆਸ, ਤਨ ਹੰਤਾ ਦਾ ਇਹ ਭੂਤ ਜੀਵ ਦੇ ਅੰਦਰ ਰਹਿੰਦਾ ਹੈ, ਉਹਨੇ ਸਮੇਂ ਤੱਕ ਵਾਰ-ਵਾਰ ਇਹ ਮਨ ਅਤੇ ਸਰੀਰ ਕਦੇ ਹਨੇਰੇ ਤੋਂ ਡਰਦਾ ਹੈ, ਕਦੇ ਆਪਣੇ ਤੋਂ ਵੱਡੇ ਨੂੰ ਵੇਖ ਕੇ ਦੇਖਦਾ ਹੈ, ਕਦੇ ਹਨੇਰੇ ਤੋਂ ਡਰ ਖਾਂਦਾ ਹੈ, ਕਦੇ ਭੂਤਾਂ ਤੋਂ ਡਰ ਖਾਂਦਾ ਹੈ, ਕਦੇ ਦੈਤਾਂ ਤੋਂ ਡਰ ਖਾਂਦਾ ਹੈ। ਇਹੋ ਹੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਅੰਦਰ ਸੁਚੇਤ ਕੀਤਾ ਹੈ ਕਿ ਤੇਰਾ ਡਰ ਨਿਵਰਤ ਕਿਵੇਂ ਹੋ ਸਕਦਾ ਹੈ। ਕਹਿਣ ਲੱਗੇ, ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਨਿਰਭਉ ਪਰਮੇਸ਼ਰ ਵਾਹਿਗੁਰੂ ਹੈ, ਜਿਹਨੂੰ ਵਾਰ-ਵਾਰ ਆਰਾਧਨਾ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਇਹ ਜੀਵ ਹਰ ਇੱਕ ਪ੍ਰਕਾਰ ਦੇ ਡਰ ਤੋਂ ਨਿਵਰਤ ਹੋ ਜਾਂਦਾ ਹੈ। ਜਿੰਨੇ ਹਰ ਨਾਮ ਧਿਆਇਆ ਤਿੰਨੇ ਡਰ ਸੱਟ ਘੱਤਿਆ। ਜਿਹਨੇ ਪਰਮੇਸ਼ਰ ਨੂੰ ਆਰਾਧਿਆ ਹੈ, ਉਹਨੇ ਹਰ ਇੱਕ ਪ੍ਰਕਾਰ ਦੇ ਡਰ ਨੂੰ ਆਪਣੇ ਸਰੀਰ ਤੋਂ ਅਲੱਗਾ ਕਰਕੇ ਦੂਰ ਕਰ ਦਿੱਤਾ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਦੈ ਲਿਹੋ ਬਾਰੀ,
ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਹੈ ਵੀ ਭਾਈ ਮਰਦਾਨਾ ਸਾਹਿਬ ਜੀ ਗੁਰੂ ਕਿਰਪਾ ਦੇ ਨਾਲ ਜਦੋਂ ਇਸ ਜੀਵ ਨੂੰ ਮੁਕਤ ਆਨੰਦ ਪ੍ਰਾਪਤ ਹੁੰਦਾ ਹੈ, ਜਦੋਂ ਗੁਰੂ ਕਿਰਪਾ ਦੇ ਨਾਲ ਇਹ ਜੀਵ ਮੁਕਤ ਆਨੰਦ ਨੂੰ ਪ੍ਰਾਪਤ ਹੁੰਦਾ ਹੈ, ਉਸੇ ਵਕਤ ਹੀ ਇਹਦੇ ਬੰਧਨ ਵੀ ਟੁੱਟ ਜਾਂਦੇ ਹਨ ਤੇ ਜਮਾ ਆਦਿਕ ਦਾ ਜਿਹੜਾ ਡਰ ਪੈ ਹੈ ਇਹ ਵੀ ਨਿਵਰਤ ਹੁੰਦਾ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਵੀ ਸਤਿਗੁਰੂ ਨੇ ਮੁਕਤੀ ਕਿਹਨੂੰ ਕਿਹਾ ਹੈ, ਜੀਵਨ ਮੁਕਤ ਹੈ ਕੌਣ? ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵਕਤ ਨੀਝ ਲਗਾ ਕੇ ਪ੍ਰੇਮ ਦੇ ਨਾਲ ਆਪਾਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਜਗ੍ਹਾ ਦੇ ਉੱਤੇ ਸੁਚੇਤ ਕੀਤਾ ਹੈ ਵੀ ਜੀਵਨ ਮੁਕਤ ਦੇ ਇਹ ਲੱਛਣ ਹਨ, ਮੁਕਤੀ ਇਸ ਨੂੰ ਕਿਹਾ ਜਾਂਦਾ ਹੈ, ਇਹ ਬ੍ਰਹਮ ਗਿਆਨ ਦੇ ਗੁਣ ਹਨ, ਇਹ ਆਤਮ ਗਿਆਨ ਦੇ ਲੱਛਣ ਹਨ। ਜੋ ਜੰਮਣ ਮਰਨ ਤੋਂ ਰਹਿਤ ਹੋ ਗਿਆ ਉਹਦੀ ਇਹ ਨਿਸ਼ਾਨੀ ਹੈ। ਉਦਾਹਰਨ ਦੇ ਤੌਰ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਇੱਕ ਪਦਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਵੀ ਜਿਸ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਆਗਿਆ, ਪ੍ਰਮਾਤਮਾ ਦਾ ਹੁਕਮ ਸਤ ਸਤ ਮਿੱਠਾ ਮਿੱਠਾ ਲੱਗਣ ਲੱਗ ਪਵੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਹਿਤਾਵੇ ਮੈਨੇ ਚੰਗੀ ਲੱਗਣ ਲੱਗ ਪਵੇ। ਜੋ ਪਰਮੇਸ਼ਰ ਨੇ ਕੀਤਾ ਜਿਵੇਂ ਕੀਤਾ ਹੈ ਚੰਗਾ ਹੈ ਮੇਰੇ ਵਾਸਤੇ। ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਸੁਖ ਦੁੱਖ ਉਹੀ ਧਿਆਈਐ ਰੇ। ਪ੍ਰਭ ਕੇ ਆਗੇ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਕ ਤੈਸਾ ਉਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖਾਟੀ। ਤੈਸਾ ਮਾਨ ਤੈਸਾ ਵਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਸਤਿਗੁਰੂ ਜੀ ਕਹਿਣ ਲੱਗੇ ਗੁਰੂ ਕਿਰਪਾ ਜਦੋਂ ਹੁੰਦੀ ਹੈ ਤੇ ਇਸ ਜੀਵ ਦੇ ਗਲੋਂ ਜੰਮਾਂ ਦਾ ਵੀ ਡਰ ਉਤਰ ਜਾਂਦਾ ਹੈ ਤੇ ਹਰ ਇੱਕ ਪ੍ਰਕਾਰ ਦੇ ਬੰਧਨ ਵੀ ਨਿਵਰਤ ਹੋ ਜਾਂਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਪਰ ਸ਼ਰਤ ਹੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਠਾकुर तुम शरणाई आया, उतर गयो मेरे मन का संसा, जब ते दर्शन पाया। अन बोलत मेरी बिरथा जानी, अपना नाम जपाया। दुख नाठे सुख सहज समाए, आनंद आनंद गुण गाया। बाहां पकड़ कट लेने अपने, ग्रह अंधकूप ते माया। कहो नानक गुर बंधन काटे, विश्रुतान मिलाया। सो जदों गुरु किरपा हुंदी है इस जीव नूं मुक्त आनंद प्राप्त हुंदी है ते ਇਹਦੇ ਬੰਧਨ ਵੀ ਦੂਰ ਹੋ ਜਾਣਾ ਕਰਦੇ ਹਨ। जैसे सांप कुंच की डारै, त्यों हट कहना बहुर संभारै। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਰ ਆਤਮ ਗਿਆਨੀ ਨੂੰ ਇਹ ਬੋਧ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਉਹ ਦੇਹ ਅਧਿਆਸ ਨੂੰ ਤਿਆਗ ਕੇ ਐਵੇਂ ਦੂਰ ਹੋ ਜਾਂਦਾ ਹੈ ਜਿਸ ਪ੍ਰਕਾਰ ਸੱਪ ਆਪਣੀ ਕੁੰਜ ਦਾ ਤਿਆਗ ਕਰ ਦਿੰਦਾ ਹੈ। ਇੱਕ ਵਾਰੀ ਸੱਪ ਆਪਣੀ ਕੁੰਜ ਦਾ ਤਿਆਗ ਕਰ ਦਵੇ, ਦੁਬਾਰਾ ਆਪਣੀ ਕੁੰਜ ਦੇ ਲਾਗੇ ਨਹੀਂ ਜਾਂਦਾ। ਕਿਉਂਕਿ ਹੁਣ ਇਹ ਵੀ ਇੱਕ ਸਵਾਲ ਹੈ ਕਿ ਸੱਪ ਆਪਣੀ ਕੁੰਜ ਕਿਉਂ ਤਾਰਦਾ ਹੈ? ਕਿਉਂਕਿ ਸੱਪ ਇੱਕ ਐਸਾ ਜੀਵ ਹੈ ਜਿਹਦੀ ਹਾਈਟ ਕਦੇ ਰੁਕਦੀ ਨਹੀਂ। ਹਰ ਇੱਕ ਪਸ਼ੂ ਦੀ, ਪੰਛੀ ਦੀ, ਇਨਸਾਨ ਦੀ ਇੱਕ ਉਮਰ ਹੈ ਵੀ ਉਹਦਾ ਜਾ ਕੇ ਇੱਥੇ ਸਰੀਰ ਰੁਕ ਜਾਂਦਾ ਹੈ। ਵੀ ਬੰਦੇ ਦਾ 18, 20, 25 ਸਾਲ ਤੱਕ ਹਾਈਟ ਜਿੰਨੀ ਵਧਣੀ ਸੀ ਵੱਧ ਗਈ। ਸੱਪ ਦੀ ਹਾਈਟ ਨਹੀਂ ਕਦੇ ਰੁਕਦੀ। ਇਸ ਕਰਕੇ ਜਿਹੜੀ ਪੁਰਾਣੀ ਚਮੜੀ ਹੁੰਦੀ ਹੈ, ਜਿਵੇਂ ਉਹਦਾ ਥੋੜਾ ਜਿਹਾ ਸਰੀਰ ਵੱਧਦਾ ਹੈ ਤੇ ਉਹ ਚਮੜੀ ਉਸ ਨੂੰ ਉਤਾਰਨੀ ਪੈਂਦੀ ਹੈ। ਸੁੱਤੇ ਸਿੱਧਾ ਆਪਣੇ ਆਪ ਹੀ ਉਤਰ ਜਾਂਦੀ ਹੈ ਸੁੱਕ ਕਰਕੇ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜਿਸ ਪ੍ਰਕਾਰ ਸੱਪ ਆਪਣੀ ਕੁੰਜ ਛੱਡ ਦਿੰਦਾ ਹੈ, ਦੁਬਾਰਾ ਉਸ ਨੂੰ ਧਾਰਨ ਨਹੀਂ ਕਰਦਾ, ਇਸੇ ਪ੍ਰਕਾਰ ਸੱਪ ਦੀ ਕੁੰਜ ਦੇ ਵੱਤ ਹੈ ਦੇਹ ਦਾ ਅਭਿਮਾਨ, ਆਪਣੇ ਸਰੀਰ ਦਾ ਹੰਕਾਰ। ਇੱਕ ਵਾਰੀ ਆਤਮ ਗਿਆਨ ਜਦੋਂ ਇਸ ਨੂੰ ਆਪਣੇ ਸਰੀਰ ਨਾਲੋਂ ਅਲੱਗਾ ਕਰ ਦਿੰਦਾ ਹੈ। ਹੁਣ ਜੇ ਅਸੀਂ ਇਹਦਾ ਉਦਾਹਰਨ ਦੇਖਣਾ ਹੋਵੇ ਤੇ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਣੀ ਸਿੰਘ ਜੀ ਸਾਡੇ ਰੋਲ ਮਾਡਲ ਸਾਡੇ ਸਾਹਮਣੇ ਹਨ। ਜੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੁੰਦਾ ਵੀ ਮੈਂ ਸਰੀਰ ਹਾਂ, ਉਹ ਆਪਣਾ ਨਹੁੰ ਨਹੀਂ ਸੀ ਪਟਵਾ ਸਕਦੇ। ਜਿੰਨੇ ਸਮੇਂ ਤੱਕ ਸਾਡੀ ਬੁੱਧੀ ਦੇ ਅੰਦਰ ਇਹ ਅਧਿਆਸ ਰਹਿੰਦਾ ਹੈ ਵੀ ਮੈਂ ਸਰੀਰ ਹਾਂ, ਉਨੇ ਸਮੇਂ ਤੱਕ ਕਿਸੇ ਦੇ ਕੋਲ ਚੁੰਡੀ ਵੀ ਭਰਵਾਉਣੀ ਬੜੀ ਔਖੀ ਲੱਗਦੀ ਹੈ। ਪਰ ਜਦੋਂ ਗੁਰੂ ਕਿਰਪਾ ਦੇ ਨਾਲ अब तो जाए चढ़े हैं सिंहासन, मिले हैं सारंग पानी। राम कबीरा एक भय है, कोई ना सके पछानी। ਜਦੋਂ ਸੁਰਤ ਦਾ ਮੇਲ ਪਾਰ ਬ੍ਰਹਮ ਪਰਮੇਸ਼ਰ ਪ੍ਰਭੂ ਦੇ ਨਾਲ ਅਭੇਦ ਹੋ ਜਾਵੇ, ਜਿਉਂ ਜਲ ਮੈਂ ਜਲਾਏ ਖਟਾਨਾ ਤੇ ਉਹ ਜੋਤੀ ਸੰਗ ਜੋ ਸਮਾਨਾ।
ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਵੇ ਫਿਰ ਸਰੀਰ ਨੂੰ ਭਾਵੇਂ ਕੋਈ ਕੱਟੇ, ਕੋਈ ਵੱਡੇ, ਕੋਈ ਸਾੜੇ, ਕੋਈ ਟੁਕੜੇ ਕਰੇ, ਆਤਮ ਗਿਆਨੀ ਨੂੰ ਇਹਦਾ ਕੋਈ ਦਰਦ ਨਹੀਂ ਹੈ। ਸੋ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਆਤਮ ਗਿਆਨ ਦ੍ਰਿੜ ਕਰਵਾਉਂਦਿਆਂ ਹੋਇਆਂ ਉਪਦੇਸ਼ ਦੇ ਰਹੇ ਹਨ। ਧਨ ਕੋ ਮੋਹ ਨ ਕਬ ਹੀ ਲੈਹੀ, ਮ੍ਰਿਤਕ ਕਿਦੋਂ ਜੀਵਤ ਬਹੁ ਰਹਿੀ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਫਿਰ ਇਸ ਆਤਮ ਗਿਆਨੀ ਨੂੰ ਬਿਲਕੁਲ ਵੀ ਆਪਣੇ ਤਨ ਦਾ ਸਰੀਰ ਦਾ ਮੋਹ ਨਹੀਂ ਰਹਿ ਜਾਂਦਾ ਹੈ। ਫਿਰ ਭਾਵੇਂ ਸਰੀਰ ਬਚਿਆ ਰਵੇ ਤੇ ਭਾਵੇਂ ਇਹ ਸਰੀਰ ਰੱਬ ਦੇ ਲੇਖੇ ਲੱਗ ਜਾਵੇ। ਨਾਸ਼ਵੰਤ ਨਿਤ ਲਖੈ ਸਰੀਰਾ, ਨਹੀਂ ਕਦਾਚਿਤ ਮਾਨੈ ਪੀਰਾ। ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਆਤਮ ਗਿਆਨੀ ਨੂੰ ਇਹ ਬੋਧ ਹੋ ਜਾਂਦਾ ਹੈ ਵੀ ਇਹ ਸਾਰਾ ਸਰੀਰ ਬਿਨਸਨਹਾਰ ਹੈ, ਇਹ ਸਾਰਾ ਸੰਸਾਰ ਜਿਹੜਾ ਹੈ ਕੂੜ ਹੈ, ਇਹ ਸਦਾ ਸਥਿਰ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਕਦੇ ਵੀ ਆਪਣੇ ਸਰੀਰ ਦੇ ਨਾਲ ਪਿਆਰ ਕਰਨਾ ਨਹੀਂ ਕਰਦੇ। ਸੁਣ ਮਰਦਾਨੇ ਗਿਰਾ ਬਖਾਨੀ, ਸਭ ਸੁਖ ਜੋਗ ਆਪ ਗੁਣ ਖਾਨੀ। ਸਤਿਗੁਰੂ ਜੀ ਦੇ ਕੋਲ ਮਹਾਨ ਉਪਦੇਸ਼ ਲੈ ਕੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਕਿਹਾ, ਗੁਰੂ ਸਾਹਿਬ ਜੀ ਨਮਸਕਾਰ ਹੈ, ਨਮਸਕਾਰ ਹੈ। ਆਪ ਜੀ ਨੂੰ ਮੱਥਾ ਟੇਕਣਾ ਬਣਦਾ ਹੈ। ਸਤਿਗੁਰੂ ਜੀ ਆਪ ਜੀ ਦੇ ਜਿਹੜੇ ਬਚਨ ਹਨ ਬਿਲਕੁਲ ਯੋਗ ਹਨ ਤੇ ਆਪ ਜੀ ਦੇ ਬਚਨ ਦੇ ਨਾਲ ਹੀ ਇਸ ਜੀਵ ਦੀ ਕਲਿਆਣ ਹੋਣਾ ਕਰਦੀ ਹੈ। ਹਮ ਪਰ ਕਿਰਪਾ ਹੋਏ ਤੁਮ ਜਬ ਹੀ, ਨਿਜ ਸਰੂਪ ਲਖ ਸਕ ਹੋਂ ਤਬ ਹੀ। ਮਹਾਰਾਜ ਜੇ ਮੇਰੇ ਉੱਤੇ ਵੀ ਤੁਹਾਡੀ ਕਿਰਪਾ ਹੋ ਜਾਵੇ ਤੇ ਮੈਂ ਵੀ ਆਪਣਾ ਨਿਜ ਸਰੂਪ ਜਾਣ ਲਵਾਂਗਾ। ਗੁਰ ਕਿਰਪਾ ਜਿਹ ਨਰਕੋ ਕੀਨੀ, ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਸਤਿਗੁਰੂ ਜੀ ਜਿਵੇਂ ਤੁਸੀਂ ਹੋਰ ਮਹਾਨ ਲੋਕਾਂ ਦੇ ਉੱਤੇ ਕਿਰਪਾ ਰਹਿਮਤ ਕੀਤੀ ਹੈ, ਕਈਆਂ ਦਾ ਉਧਾਰ ਕੀਤਾ ਹੈ, ਇਸੇ ਪ੍ਰਕਾਰ ਜਦੋਂ ਮੇਰੇ ਉੱਤੇ ਵੀ ਕਿਰਪਾ ਹੋਵੇਗੀ ਤੇ ਮੈਂ ਵੀ ਆਪਣੇ ਨਿਜ ਸਰੂਪ ਨੂੰ ਜਾਣ ਲੇਰਾ ਕਰਾਂਗਾ। ਇਸ ਬਿਦ ਕਰਤ ਪਰਸ ਪਰ ਜਿਹਵਾਂ, ਦੋਏ ਦੈਤ ਆਏ ਚਲ ਤੇਹਵਾਂ। ਸੋ ਸਤਿਗੁਰੂ ਜੀ ਜਿਸ ਜਗ੍ਹਾ ਤੇ ਬੈਠ ਕੇ ਭਾਈ ਮਰਦਾਨਾ ਜੀ ਦੇ ਨਾਲ ਇਹ ਬਚਨ ਬਿਲਾਸ ਕਰ ਰਹੇ ਸਨ, ਉਸ ਵਕਤ ਲੰਕਾ ਤੋਂ ਦੋ ਬਹੁਤ ਵੱਡੇ ਆਕਾਰ ਵਾਲੇ ਦੈਂਤ ਜਿਹੜੇ ਸੀ ਹੌਲੀ ਹੌਲੀ ਤੁਰਦਿਆਂ ਹੋਇਆਂ ਸਤਿਗੁਰੂ ਜੀ ਦੇ ਕੋਲ ਆਏ ਹਨ। ਠਾਂਡੇ ਹਵੈ ਬੂਜਤ ਪੇ ਐਸੇ, ਕਹਿਤੇ ਆਏ ਕਿਉਂ ਤੁਮ ਬੈਸੇ। ਉਹਨਾਂ ਨੇ ਆਣ ਕੇ ਹੱਥ ਜੋੜ ਕੇ ਦੈਂਤਾਂ ਨੇ ਕਿਹਾ ਵੀ ਤੁਸੀਂ ਕੌਣ ਹੋ ਸੰਤ ਜੀ, ਕਿੱਥੋਂ ਆਏ ਹੋ, ਕਾਦੇ ਵਾਸਤੇ ਆਏ ਹੋ, ਕਿਰਪਾ ਕਰਕੇ ਦੱਸਣਾ ਕਰੋ। ਸ਼੍ਰੀ ਗੁਰ ਕਹੈ ਦੂਤ ਹਮ ਰਾਮੂ, ਮਿਲਨ ਭੀਖਣ ਕੋ ਹੈ ਕਾਮੂ। ਸ਼੍ਰੀ ਗੁਰ ਕਹੈ ਦੂਤ, ਸ਼੍ਰੀ ਗੁਰੂ ਜੀ ਨੇ ਕਿਹਾ ਹੈ ਦੂਤੋ ਅਸੀਂ ਰਾਮ ਹਾਂ। ਜਾਂ ਇਹਦਾ ਅਰਥ ਐਵੇਂ ਹੈ, ਸ਼੍ਰੀ ਗੁਰ ਕਹੈ ਦੂਤ ਹਮ ਰਾਮੂ। ਸਤਿਗੁਰੂ ਜੀ ਨੇ ਕਿਹਾ ਅਸੀਂ ਪਰਮੇਸ਼ਰ ਵਾਹਿਗੁਰੂ ਦੇ ਸੇਵਕ ਹਾਂ ਤੇ ਪ੍ਰਮਾਤਮਾ ਦੇ ਹੁਕਮ ਦੇ ਨਾਲ ਇੱਥੇ ਵਿਭੀਸ਼ਣ ਨੂੰ ਮਿਲਣ ਵਾਸਤੇ ਆਏ ਹਾਂ। ਵਹਿਰ ਨਿਕਸ ਕੈ ਆਵੇ ਪਾਸੂ, ਮਿਲ ਹੈ ਤਬ ਨਹਿ ਜਾਏ ਅਵਾਸੂ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਡੀ ਇੱਕ ਸ਼ਰਤ ਹੈ ਵੀ ਅਸੀਂ ਵਿਭੀਸ਼ਣ ਦੇ ਮਹੱਲਾਂ 'ਚ ਨਹੀਂ ਜਾਣਾ, ਉਹਦੇ ਘਰੇ ਨਹੀਂ ਜਾਣਾ। ਆਏ ਰੱਬ ਦੇ ਹੁਕਮ ਦੇ ਨਾਲ ਜ਼ਰੂਰ ਹਾਂ, ਇੱਥੇ ਵਿਭੀਸ਼ਣ ਦੇ ਨਾਲ ਮੁਲਾਕਾਤ ਵੀ ਕਰਨੀ ਹੈ, ਬਚਨ ਬਿਲਾਸ ਵੀ ਕਰਨੇ ਹਨ, ਪਰ ਉਹਦੇ ਘਰੇ ਨਹੀਂ ਜਾਣਾ। ਇਸ ਕਰਕੇ ਸਾਡੇ ਵੱਲੋਂ ਜਾ ਕੇ ਰਾਜੇ ਵਿਭੀਸ਼ਣ ਨੂੰ ਇਹ ਸਾਡਾ ਸੰਦੇਸ਼ ਦਵੋ ਵੀ ਤਿੰਨ ਸੰਤ ਲੰਕਾ ਤੋਂ ਬਾਹਰ ਆਣ ਕੇ ਬਿਰਾਜੇ ਹੋਏ ਹਨ, ਤੂੰ ਜਾ ਕੇ ਉਹਨਾਂ ਦਾ ਦਰਸ਼ਨ ਦੀਦਾਰ ਕਰਨਾ ਕਰ। ਸੁਰ ਸੁਨਤ ਗਮਨੇ ਨਗਰ, ਨਿਜ ਪਤ ਕੋ ਸੁਧ ਦੀਨਾ। ਇਹਨਾਂ ਦੈਂਤਾਂ ਨੇ ਉਸੇ ਵਕਤ ਹੀ ਗੁਰੂ ਸਾਹਿਬ ਜੀ ਦਾ ਬਚਨ ਸਿਰ ਮੱਥੇ ਪ੍ਰਵਾਨ ਕੀਤਾ। ਬੜੀ ਛੇਤੀ ਦੇ ਨਾਲ ਆਪਣੇ ਨਗਰ ਦੇ ਵਿੱਚ ਜਾ ਕੇ ਰਾਜੇ ਵਿਭੀਸ਼ਣ ਨੂੰ ਮਿਲਣਾ ਕੀਤਾ ਹੈ। ਨੀਕੇ ਉਪਬਣ ਕੇ ਬਿਖੈ, ਬੈਠੇ ਮਾਨੁਖ ਤੀਨਾ। ਤੇ ਜਾ ਕੇ ਰਾਜੇ ਵਿਭੀਸ਼ਣ ਨੂੰ ਕਹਿਣ ਲੱਗੇ ਵੀ ਬਾਰ-ਬਾਰ ਇੱਕ ਬਾਗ ਦੇ ਵਿੱਚ ਤਿੰਨ ਸੰਤ ਬਿਰਾਜਮਾਨ ਹਨ, ਉਹਨਾਂ ਦਾ ਅਸੀਂ ਸੰਦੇਸ਼ ਲੈ ਕੇ ਆਏ ਹਾਂ ਵੀ ਰਾਜਾ ਵਿਭੀਸ਼ਣ ਸਾਨੂੰ ਆਣ ਕੇ ਮਿਲਣਾ ਕਰੇ। ਹਮ ਹੈ ਰਾਮ ਦੂਤ ਕਿਉ ਕਹਿੀ, ਸੰਗ ਆਪ ਕੇ ਮਿਲਨੋ ਚਾਹੀ। ਉਹਨਾਂ ਨੇ ਕਿਹਾ ਹੈ ਅਸੀਂ ਪਰਮੇਸ਼ਰ ਦੇ ਸੇਵਕ ਹਾਂ, ਪਰਮਾਤਮਾ ਦੇ ਪਿਆਰੇ ਹਾਂ ਤੇ ਪਰਮੇਸ਼ਰ ਦੇ ਹੁਕਮ ਦੇ ਨਾਲ ਹੀ ਰਾਜੇ ਵਿਭੀਸ਼ਣ ਨੂੰ ਮਿਲਣ ਵਾਸਤੇ ਅਸੀਂ ਲੰਕਾ ਆਉਣਾ ਕੀਤਾ ਹੈ। ਉੱਠਿਓ ਭੀਖਣ ਕਰ ਪਗ ਨੰਗੇ, ਰਾਖਸ਼ ਚਲੇ ਬਹੁਤ ਤੇ ਸੰਗੇ। ਸਤਿਗੁਰੂ ਜੀ ਦਾ ਉਪਦੇਸ਼ ਅਤੇ ਸਤਿਗੁਰਾਂ ਦਾ ਸੰਦੇਸ਼ ਸੁਣਦਿਆਂ ਸਾਰ ਹੀ ਬੜੀ ਕਾਹਲੀ ਦੇ ਨਾਲ, ਬੜੇ ਤਤਕਾਲ ਦੇ ਨਾਲ ਵਿਭੀਸ਼ਣ ਉੱਠਿਆ ਹੈ। ਬਹੁਤ ਸਾਰੇ ਰਾਖਸ਼ਾਂ ਦੀ ਤੇ ਦੈਂਤਾਂ ਦੀ ਸੈਨਾ ਲੈ ਕਰਕੇ
ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਪਣੇ ਘਰ ਤੋਂ ਬਾਗ ਦੇ ਵੱਲ ਤੁਰ ਪਿਆ ਹੈ। ਸੋ ਸਮਾਂ ਨਿਯਤ ਕੀਤਾ ਹੋਇਆ ਇੱਥੇ ਠੀਕ ਸਮਾਪਤ ਹੈ। ਅਗਲਾ ਪਾਵਨ ਗੁਰ ਇਤਿਹਾਸ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਆਪ ਅਗਲੇ ਦੀਵਾਨਾਂ ਵਿਖੇ ਸਰਵਣ ਕਰਿਓ। ਇੰਨੀ ਕੁ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।